दरबारे खालसा ते चैनल ते सारे ਜਿਹੜੇ जुड़ चुके दर्शक है सारे ने गुरु फतेह सांझ करनी जी। वाहिगुरु जी का खालसा वाहिगुरु जी की फतेह। ਅੱਜ इस चैनल के माध्यम राਹੀਂ बहुत ही एक ऐसा भखदा मसला ਜਿਹੜਾ कि खेती ਦੇ ਨਾਲ ਸੰਬੰਧਿਤ ਹੈਗਾ ਆ। ਜਿਵੇਂ ਕਿ ਆਪ ਸਾਰਾ ਹੀ ਜਾਣਦੇ ਹਾਂ ਕਿ ਜਿਹੜੇ ਉਤਪਾਦਨ ਅਤੇ ਉਹਦੀ ਜਿਹੜੀ ਹੈਗੀ ਆ ਮਾਰਕੀਟਿੰਗ, ਉਤਪਾਦਨ ਤੇ ਮੰਡੀਕਰਨ, ਇਹ ਦੋਵੇਂ ਬਹੁਤ ਹੀ ਜੁੜਦੇ ਮਸਲੇ ਨੇ। ਔਰ ਇਹਨਾਂ ਮਸਲਿਆਂ ਦੇ ਵਜ੍ਹਾ ਕਰਕੇ ਇਹਨਾਂ ਜਿਹੜੀ ਮੰਡੀਕਰਨ ਦੀ ਜਿਹੜੀ ਵਜ੍ਹਾ ਕਰਕੇ ਅੱਜ ਸਾਡਾ ਕਿਸਾਨ ਜਿਹੜਾ ਬਹੁਤ ਕਈ ਮਸਲਿਆਂ 'ਚ ਘਿਰਿਆ ਹੋਇਆ ਵਾ। ਸਬਜ਼ੀਆਂ ਬੀਜਦਾ ਔਰ ਉਹਨੂੰ ਸਬਜ਼ੀਆਂ ਕਈ ਵਾਰ ਵਾਹੁਣੀਆਂ ਪੈਂਦੀਆਂ ਨੇ, ਔਰ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਸਾਡਾ ਕਿਸਾਨ ਜਿਹੜਾ ਵਾ ਇਹਦਾ ਬਹੁਤ ਹੀ ਹਰਟ ਹੁੰਦਾ ਆ ਇਹਨਾਂ ਮੰਡੀਕਰਨ ਦੇ ਮਾਮਲਿਆਂ 'ਚ। ਸੋ ਸਾਡੇ ਕੋਲ ਅੱਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ ਡਾਕਟਰ ਰਮਨਦੀਪ ਸਿੰਘ ਜੀ, ਐਗਰੀ ਬਿਜ਼ਨਸ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਆ ਹੈਗੇ ਨੇ ਜੀ, ਪ੍ਰੋਫੈਸਰ ਆਫ ਬਿਜ਼ਨਸ ਮੈਨੇਜਮੈਂਟ, ਸਾਡੇ ਨਾਲ ਜੁੜ ਚੁੱਕੇ ਨੇ। ਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਹੁਤ ਸਾਰੀਆਂ ਐਸੀਆਂ ਪਰਸਨੈਲਿਟੀਜ਼ ਹੈਗੀਆਂ ਨੇ ਜਿਹੜੀਆਂ ਕਿਸਾਨਾਂ ਦੀ ਸੇਵਾ 'ਚ ਹਮੇਸ਼ਾ ਜਿਹੜੀਆਂ ਨੇ ਉਹ ਹਾਜ਼ਰ ਰਹਿੰਦੀਆਂ ਨੇ। ਇਹਨਾਂ ਐਸੀਆਂ ਪਰਸਨੈਲਿਟੀਜ਼ ਵਿੱਚੋਂ ਹੈਗੇ ਨੇ ਡਾਕਟਰ ਰਮਨਦੀਪ ਸਿੰਘ ਜੀ, ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਦੀ ਸੇਵਾ ਕਰਦੇ ਆ ਰਹੇ ਨੇ ਔਰ ਖੇਤੀਬਾੜੀ ਯੂਨੀਵਰਸਿਟੀ ਵਿੱਚ ਬੱਚਿਆਂ ਨੂੰ ਜਿਹੜੀ ਆ ਵਿੱਦਿਆ ਵੀ ਦੇ ਰਹੇ ਨੇ। ਇਹਨਾਂ ਦੇ ਜਿਹੜੇ ਹੈਗੇ ਨੇ ਜੀ ਬਹੁਤ ਸਾਰੇ ਇਹਨਾਂ ਰਿਸਰਚ ਪੇਪਰ ਵੀ ਲਿਖੇ ਹੋਏ ਨੇ ਔਰ ਇਹਨਾਂ ਦਾ ਬੜਾ ਤਜਰਬਾ ਵਾ, ਲੰਮਾ ਤਜਰਬਾ ਵਾ। ਔਰ ਇਹਨਾਂ ਨੇ ਬਹੁਤ ਹੀ ਜਿਹੜਾ ਕਿਸਾਨਾਂ ਦੇ ਵੱਖ-ਵੱਖ ਸੋਸ਼ਲ ਮੀਡੀਆ ਤੇ ਗਰੁੱਪ ਬਣਾਏ ਹੋਏ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕਿਸਾਨਾਂ ਨੂੰ ਬਹੁਤ ਜਾਣਕਾਰੀਆਂ ਜਿਹੜੀਆਂ ਉਹ ਦਿੰਦੇ ਨੇ ਔਰ ਕਿਸਾਨਾਂ ਦੇ ਜਿਹੜੇ ਸਮੱਸਿਆਵਾਂ ਦੇ ਹੱਲ ਜਿਹੜੀ ਆ ਉਹਨਾਂ ਨੂੰ ਦਿੰਦੇ ਨੇ। ਔਰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਵੀ ਇਹਨਾਂ ਦਾ ਪੇਜ ਹੈਗਾ ਆ ਤੇ ਇਹਨਾਂ ਦਾ ਬੜਾ ਲੰਮਾ ਤਜਰਬਾ ਆ ਔਰ ਬੜੀ ਲੰਮੀ ਇਹਨਾਂ ਵਧੀਆ ਟੀਮ ਹੈ ਜਿਹੜੀ ਕਿਸਾਨਾਂ ਦੇ ਮਸਲਿਆਂ ਦੇ ਹੱਲ ਵਾਸਤੇ ਜਿਹੜੀ ਹਮੇਸ਼ਾ ਤਤਪਰ ਰਹਿੰਦੀ ਆ। ਤੇ ਇਹਨਾਂ ਨੇ ਵੱਖ-ਵੱਖ EDPs ਜਿਹੜੀਆਂ ਲਾਈਆਂ ਜਿਹਦੇ 'ਚ ਇਹਨਾਂ ਨੇ ਬਹੁਤ ਸਾਰੇ ਕਿਸਾਨਾਂ ਨੂੰ, ਲੱਖਾਂ ਕਿਸਾਨਾਂ ਨੂੰ ਜਿਹੜੀ ਆ ਨਾ ਇਹ ਮਾਰਕੀਟਿੰਗ ਦੀ ਟ੍ਰੇਨਿੰਗ ਦਿੱਤੀ। ਔਰ ਬਹੁਤ ਸਾਰੇ ਐਸੇ ਬ੍ਰਾਂਡ ਨੇ ਜਿਹੜੇ ਕਿ ਉਹ ਬੜੇ ਕਾਮਯਾਬੀ ਦੇ ਨਾਲ ਅੱਜ ਸਥਾਪਿਤ ਹੋ ਚੁੱਕੇ ਨੇ ਔਰ ਕਿਸਾਨਾਂ ਦਾ ਜਿਹੜਾ ਵਾ ਬਹੁਤ ਵੱਡਾ ਇੱਕ ਜਿਹੜਾ ਨਾ ਇਹਨਾਂ ਕੋਲ ਗਰੁੱਪ ਹੈ ਜਿਹੜਾ ਇਹਨਾਂ ਦੇ ਨਾਲ ਲਗਾਤਾਰ ਤਾਲਮੇਲ 'ਚ ਰਹਿੰਦਾ ਆ ਔਰ ਇਹਨਾਂ ਦੇ ਕਿਸਾਨਾਂ ਦੇ ਨਾਲ ਇਹਨਾਂ ਦਾ ਬੜਾ ਨੇੜਲਾ ਸੰਬੰਧ ਆ। ਜਿਵੇਂ ਕਿ ਸਾਡੇ ਵੀ ਇੱਕ ਯੰਗ ਇਨੀਸ਼ੀਏਟਿਵ ਫਾਰਮਰਸ ਗਰੁੱਪ ਹੈਗਾ ਸਾਡਾ, ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ, ਜ਼ਿਲ੍ਹਾ ਗੁਰਦਾਸਪੁਰ ਦਾ, ਸਾਰੇ ਪੰਜਾਬ ਦਾ, ਜਿਹਦੇ 'ਚ ਸਾਡੇ ਨਾਲ ਵੀ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਗੱਲਾਂ ਨੇ ਸਮੇਂ-ਸਮੇਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ ਜਿਹੜੀਆਂ ਕਿਸਾਨਾਂ ਦੇ ਵਾਸਤੇ ਬਹੁਤ ਲਾਹੇਵੰਦੀਆਂ ਹੁੰਦੀਆਂ ਨੇ। ਸੋ ਮੈਂ ਬਹੁਤਾ ਲੰਮਾ ਸਮਾਂ ਨਾ ਲਵਾਂ, ਮੈਂ ਡਾਕਟਰ ਸਾਹਿਬ ਡਾਕਟਰ ਰਮਨਦੀਪ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਜਿਹੜਾ ਇਹ ਮੰਡੀਕਰਨ ਦੇ ਸੰਬੰਧ 'ਚ ਜਿਹੜੀ ਕਿਸਾਨਾਂ ਦੀ ਜਿਹੜੀ ਇੱਕ ਬਹੁਤ ਹੀ ਇੱਕ ਜ਼ਰੂਰੀ ਕਹਿ ਲਈਏ ਆਪਾਂ ਗੱਲ ਹੈਗੀ ਆ ਉਹ ਸਾਂਝੀ ਕਰਨ ਵੀ ਕਿਵੇਂ ਆਪਣਾ ਕਿਸਾਨ ਆਪਣੀ ਉਤਪਾਦ ਦੀ ਵਧੀਆ ਤਰੀਕੇ ਨਾਲ ਮੰਡੀਕਰਨ ਕਰੇ ਔਰ ਉਹ ਕਿਵੇਂ ਉਹਨੂੰ ਜਿਹੜਾ ਵਾ ਨਾ ਉਹਨੂੰ ਕਿਸਾਨਾਂ ਦਾ ਜਿਹੜਾ ਆਰਥਿਕ ਪੱਖ ਜਿਹੜਾ ਵਾ ਉਹ ਮਜ਼ਬੂਤ ਹੋਵੇ। ਸੋ ਮੈਂ ਬੇਨਤੀ ਕਰਦਾ ਡਾਕਟਰ ਰਮਨਦੀਪ ਸਿੰਘ ਜੀ ਉਹ ਆਪਣੇ ਵਿਚਾਰ ਰੱਖਣਗੇ। ਬਹੁਤ ਬਹੁਤ ਧੰਨਵਾਦ ਜੀ ਸਰਦਾਰ ਗੁਰਮੁਖ ਸਿੰਘ ਜੀ। ਸਾਰੀ ਟੀਮ ਨੂੰ ਫਤਿਹ ਪ੍ਰਵਾਨ ਕਰਨਾ ਜੀ। ਸਾਰੀ ਟੀਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀ ਗੱਲ ਜਿਹੜੀ ਅੱਜ ਦੇ ਵਿਸ਼ੇ ਦੇ ਉੱਤੇ ਤੁਹਾਡੇ ਸਾਹਮਣੇ ਉਹ ਰੱਖਣਾ ਚਾਹੁੰਦਾ ਕਿ ਖੇਤੀਬਾੜੀ ਜਿਹੜੀ ਜਿਣਸ ਪੈਦਾ ਕਰਨੀ ਇੱਕ ਪਹਿਲੂ ਆ, ਦੂਜਾ ਪਹਿਲੂ ਜਿਹਦੇ ਤੇ ਮੈਂ ਜ਼ਿਆਦਾ ਘੋਖ ਕੀਤੀ ਹੈ ਤੇ ਜਿਹਦੇ ਤੇ ਮੈਂ ਜ਼ਿਆਦਾ ਜਾਂ ਸਾਡੀ ਟੀਮ ਨੇ ਜ਼ਿਆਦਾ ਘੋਖ ਕੀਤੀ ਹੈ ਤੇ ਜਿਹਦੇ ਤੇ ਅਸੀਂ ਜ਼ਿਆਦਾ ਕੰਮ ਕੀਤਾ ਕਿ ਖੇਤੀਬਾੜੀ ਨੂੰ ਕਿਵੇਂ ਖੇਤੀ ਵਪਾਰ ਦਾ ਦਰਜਾ ਦੇਣਾ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦੀ ਜਿਹੜੀ ਆਪਣਾ ਜਿਹੜਾ ਵਿਸ਼ਾ ਹੈ ਇਸ ਗੱਲ ਦੇ ਆਲੇ ਦੁਆਲੇ ਘੁੰਮਦਾ, ਕਿਉਂਕਿ ਜਿਣਸ ਵੇਚਣਾ ਇੱਕ ਪਹਿਲੂ ਆ, ਉਹਦੇ ਵਿੱਚ ਸਰਕਾਰਾਂ ਦੀ ਕਿਤੇ ਨਾ ਕਿਤੇ ਅਹਿਮੀਅਤ ਹੈ, ਸਰਕਾਰਾਂ ਦਾ ਰੋਲ ਹੈ। ਸਰਕਾਰਾਂ ਨੇ ਉਹ ਭਾਵੇਂ MSP ਦੇ ਥਰੂ, ਭਾਵੇਂ ਉਹਨਾਂ ਦਾ ਪ੍ਰੋਕਿਉਰਮੈਂਟ ਸਿਸਟਮ ਹੈ ਬਹੁਤ ਜਿਹੜਾ ਠੀਕ ਤਰੀਕੇ ਨਾਲ ਚੱਲ ਰਿਹਾ ਉਹਦੇ ਥਰੂ ਹੋਵੇ, ਪਰ ਉਸ ਤੋਂ ਇਲਾਵਾ ਇੱਕ ਉਦਮੀ ਕਿੱਦਾਂ ਬਣ ਸਕਦੇ ਆ ਜਿਹੜੇ ਖੇਤੀਬਾੜੀ ਕਰਦੇ ਆ ਜ਼ਿਮੀਂਦਾਰ, ਉਹ ਉਦਮੀ ਕਿੱਦਾਂ ਬਣ ਸਕਦੇ ਆ ਤੇ ਆਪਣੇ ਆਪ ਨੂੰ ਉਹ ਖੇਤੀ ਵਪਾਰੀ ਚ ਕਿੱਦਾਂ ਕਨਵਰਟ ਕਰ ਸਕਦੇ ਆ।
ਖੇਤੀਬਾੜੀ ਤੋਂ ਖੇਤੀ ਵਪਾਰ ਦੇ ਵਿੱਚ ਉਹ ਕਿੱਦਾਂ ਕਨਵਰਟ ਕਰ ਸਕਦੇ ਆ। ਸੋ ਉਹ ਸਾਡਾ ਇਹ ਖੇਤੀ ਵਪਾਰ ਪ੍ਰਬੰਧ ਦਾ ਵਿਸ਼ਾ ਜਾਂ ਖੇਤੀ ਵਪਾਰ ਪ੍ਰਬੰਧਨ ਦਾ ਵਿਸ਼ਾ, ਉਸ ਪ੍ਰਬੰਧਨ ਦੇ ਵਿੱਚ ਅਸੀਂ ਮੂਲ ਰੂਪ ਦੇ ਵਿੱਚ ਇਹੀ ਘੋਖਦੇ ਆ ਕਿ ਜਿਹੜੇ ਇਨਸਾਨ ਇੱਕ ਤੇ ਇੱਕ 11 ਚ ਬਲੀਵ ਕਰਦੇ ਆ, ਜਿਹੜੇ ਇਨਸਾਨ ਇਕੱਲੇ ਕਹਿਰੇ ਦੀ ਬਜਾਏ ਇਕੱਠੇ ਹੋ ਕੇ ਚੱਲਦੇ ਆ, ਜਿੱਦਾਂ ਤੁਹਾਡੀ ਟੀਮ ਆ, ਸਾਡੀ ਟੀਮ ਆ, ਬੜੀਆਂ ਟੀਮਾਂ ਜਿਨ੍ਹਾਂ ਦੇ ਵਿੱਚ ਅਸੀਂ ਕੰਮ ਕਰਦੇ ਆ, ਪੁਨੀਤ ਥਿੰਦ ਜੀ ਦੀ ਟੀਮ ਆ, ਡਾਕਟਰ ਹੁੰਡਲ ਜੀ ਦੀ ਟੀਮ ਆ, ਚੀਮਾ ਸਾਹਿਬ ਦੀ ਟੀਮ ਆ, ਨਰਪਿੰਦਰ ਢਾਲੀਵਾਲ ਦੀ ਟੀਮ ਆ, ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਆ, ਮਸ਼ਰੂਮ ਗਰੋਅਰਸ ਐਸੋਸੀਏਸ਼ਨ ਆ, ਵੈਜੀਟੇਬਲ ਫਰੂਟ ਕਲਟੀਵੇਟਰਸ ਐਸੋਸੀਏਸ਼ਨ ਆ, ਟੋਮੈਟੋ ਦੀ ਐਸੋਸੀਏਸ਼ਨ ਆ, ਪੋਟੈਟੋ ਦੀ ਐਸੋਸੀਏਸ਼ਨ ਆ। ਅਸੀਂ ਹਰੇਕ ਕਮੋਡਿਟੀ ਨੂੰ ਕਵਰ ਕੀਤਾ। ਮੂਲ ਰੂਪ ਦੇ ਵਿੱਚ ਮੈਂ ਇੱਥੇ ਸੁਨੇਹੇ ਦੇ ਰੂਪ 'ਚ ਇਹ ਦੱਸਣਾ ਚਾਹੂੰਗਾ, ਜਦੋਂ ਤੁਸੀਂ ਸੰਗਠਿਤ ਹੋਗੇ, ਜਦੋਂ ਸਾਰੀਆਂ ਕਮੋਡਿਟੀਜ਼ ਸੰਗਠਿਤ ਹੋ ਗਈਆਂ, ਸਾਡੇ ਕੋਲ ਆਇਲ ਸੀਡ ਕ੍ਰੌਪ ਗਰੋਅਰਸ ਐਸੋਸੀਏਸ਼ਨ ਆ, ਪਿੱਛੇ ਜੀ ਅਸੀਂ ਬਣਾਈ ਆ। ਸੋ ਕ੍ਰੌਪ ਕੋਈ ਵੀ ਹੋਵੇ, ਕਮੋਡਿਟੀ ਕੋਈ ਵੀ ਹੋਵੇ, ਵਸਤੂ ਕੋਈ ਵੀ ਹੋਵੇ, ਜੇ ਅਸੀਂ ਇਕੱਠੇ ਹੋ ਕੇ ਕੀਮਤ ਨਿਰਧਾਰਿਤ ਕਰਨੀ ਸਿੱਖ ਗਏ, ਇਕੱਠੇ ਹੋ ਕੇ ਉਹਦੀ ਪ੍ਰਮੋਸ਼ਨ ਕਰਨੀ ਸਿੱਖ ਗਏ। ਲੀਚੀ ਐਸੋਸੀਏਸ਼ਨ ਆ ਸਾਡੇ ਕੋਲੇ, ਬਹੁਤ ਵਧੀਆ ਸੰਗਠਨ ਆ। ਜੇ ਅਸੀਂ ਇਕੱਠੇ ਹੋ ਕੇ ਚੱਲਣਾ ਸਿੱਖ ਗਏ ਤਾਂ ਅਸੀਂ ਕੀਮਤ ਨਿਰਧਾਰਿਤ ਕਰ ਲਈ, ਅਸੀਂ ਪ੍ਰਮੋਸ਼ਨ ਉਹਦੀ ਕਰਤੀ ਉਸ ਕਮੋਡਿਟੀ ਦੀ, ਅਸੀਂ ਖਪਤਕਾਰਾਂ ਦੇ ਝੁੰਡ ਪਛਾਣ ਲਏ, ਅਸੀਂ ਮੰਡੀਕਰਨ ਦੇ ਉਹ ਸਾਰੇ ਹੀਲੇ ਵਸੀਲੇ ਜਿਹੜੇ ਆ ਉਹ ਉਹਨਾਂ ਦੀ ਘੋਖ ਕਰਕੇ ਉਸ ਹੀਲੇ ਵਸੀਲਿਆਂ ਨੂੰ ਅਸੀਂ ਆਪਣੇ ਨੇੜੇ ਲਿਆਏ, ਆਪਣੇ ਰਿਸੋਰਸਿਸ ਨੂੰ ਉਸ ਰਿਸੋਰਸਿਸ ਨਾਲ ਮੈਚ ਕਰ ਲਿਆ, ਉਸ ਹੀਲੇ ਵਸੀਲਿਆਂ ਨਾਲ ਆਪਣੇ ਹੀਲੇ ਵਸੀਲਿਆਂ ਨੂੰ ਮੈਚ ਕਰ ਲਿਆ, ਤਾਂ ਡੈਫੀਨੇਟਲੀ ਜਿੱਤ ਹੁੰਦੀ ਹੈ। ਕਿਉਂਕਿ ਇਹ ਮੰਡੀਕਰਨ ਆਮ ਕਰਕੇ ਜਾਣਿਆ ਜਾਂਦਾ, ਲਿਖਾਰੀਆਂ ਨੇ ਵੀ ਲਿਖਿਆ, ਸਿਆਣਿਆਂ ਨੇ ਵੀ ਕਿਹਾ, ਔਰ ਇਹ ਸਿੱਧ ਵੀ ਹੁੰਦਾ ਕਿ ਇੱਕ ਖੇਡਨੁਮਾ, ਜਿੱਦਾਂ ਅਸੀਂ ਹਾਕੀ ਖੇਡਦੇ ਹਾਂ ਰੂਪ ਦੇ ਤਹਿਤ, ਉਦਾਂ ਹੀ ਮੰਡੀਕਰਨ ਵੀ ਇੱਕ ਖੇਡਨੁਮਾ, ਇੱਕ ਗੇਮਸਮੈਨਸ਼ਿਪ ਹੈ। ਜੇ ਸਾਰੇ ਰਲ ਕੇ ਇਸ ਖੇਡ ਨੂੰ ਚੰਗੇ ਤਰੀਕੇ ਨਾਲ ਬਾਲ ਨੂੰ ਇੱਕ ਦੂਜੇ ਨੂੰ ਪਾਸ ਦੇ ਕੇ ਵਿਉਂਤਬੰਦੀ ਨਾਲ ਕੰਮ ਕਰਾਂਗੇ ਤਾਂ ਡੈਫੀਨੇਟਲੀ ਜਿੱਤ ਹੋਊਗੀ, ਕਮੋਡਿਟੀ ਜਿਹੜੀ ਮਰਜ਼ੀ ਹੋਵੇ। ਮੈਂ ਇੱਥੇ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਕਮੋਡਿਟੀ ਜਿਹੜੀ ਮਰਜ਼ੀ ਹੋਵੇ, ਉਹਦੇ ਫਿਰ ਅੱਗੇ ਗਾਂ ਪਹਿਲੂ ਹੈ ਜੀ। ਮੈਂ ਪਹਿਲੀ ਗੱਲ ਆਪਣੀ ਤੁਹਾਡੇ ਸਾਹਮਣੇ ਇਹ ਰੱਖੀ ਹੈ ਕਿ ਕਮੋਡਿਟੀ ਜਿਹੜੀ ਮਰਜ਼ੀ ਹੋਵੇ, ਸੰਗਠਿਤ ਹੋਣ ਦੀ ਲੋੜ ਆ ਉਸ ਕਮੋਡਿਟੀ ਦੀ ਛੱਤ ਥੱਲੇ। ਇੱਕ ਛੱਤ ਥੱਲੇ ਸਾਰੇ ਕਮੋਡਿਟੀ, ਉਹ ਜਿਣਸ ਪੈਦਾ ਕਰਨ ਵਾਲੇ ਲੋਕ ਇੱਕ ਕਮੋਡਿਟੀ ਥੱਲੇ, ਇੱਕ ਛੱਤ ਥੱਲੇ ਇਕੱਠੇ ਹੋ ਜਾਣ, ਇੱਕ ਕਮੋਡਿਟੀ ਦੇ ਗਰੁੱਪ ਦੇ ਵਿੱਚ, ਤਾਂ ਡੈਫੀਨੇਟਲੀ ਤੁਹਾਡੀ ਜਿੱਤ ਹੋਊਗੀ। ਉਸ ਤੋਂ ਬਾਅਦ ਸਾਡਾ ਰੋਲ ਆਉਂਦਾ ਜੀ। ਸਾਡਾ ਰੋਲ ਕੀ ਕਹਿੰਦਾ, ਸਾਡੀ ਟੀਮ ਕੀ ਕਰਦੀ ਹੈ, ਮੈਂ ਤੁਹਾਨੂੰ ਮੂਲ ਰੂਪ ਦੇ ਵਿੱਚ ਪਹਿਲਾਂ ਜਾਣੂ ਕਰਾਉਣਾ ਚਾਹੂੰਗਾ। ਸਿਧਾਂਤਕ ਗੱਲ ਹੈ ਕਿ ਅਸੀਂ ਜਿਣਸ ਤੋਂ ਉਤਪਾਦ ਕਿਵੇਂ ਤਿਆਰ ਕਰਨੇ ਆ ਤੇ ਉਸ ਉਤਪਾਦਾਂ ਨੂੰ ਖਪਤਕਾਰਾਂ ਦੀ ਝੋਲੀ 'ਚ ਕਿਵੇਂ ਪਾਉਣਾ ਜਾਂ ਖਪਤਕਾਰਾਂ ਦੇ ਸਨਮੁਖ ਕਿਵੇਂ ਕਰਨਾ। ਅਸੀਂ ਮੂਲ ਰੂਪ ਦੇ ਵਿੱਚ ਆਹ ਦੋ ਚੀਜ਼ਾਂ ਸਿਖਾਉਂਦੇ ਆ ਜੀ। ਕਿਸੇ ਵੀ ਉਦਮੀ ਨੂੰ, ਕਿਸੇ ਵੀ ਖੇਤੀਬਾੜੀ ਵਾਲੇ ਜ਼ਿਮੀਂਦਾਰ ਨੂੰ ਜਿਹੜਾ ਖੇਤੀ ਵਪਾਰੀ ਬਣਨਾ ਚਾਹੁੰਦਾ, ਬਹੁਤ ਸੌਖਾ ਤਰੀਕਾ ਜੀ, ਸਿਧਾਂਤਕ ਗੱਲ ਹੈ ਇਹ, ਕਿ ਉਤਪਾਦ ਕਿਵੇਂ ਤਿਆਰ ਕਰਨਾ, ਫਿਰ ਉਸ ਉਤਪਾਦ ਨੂੰ ਕਹਿ ਲਓ ਕਿ ਉਹਦੀ ਬ੍ਰਾਂਡਿੰਗ, ਉਹਦੀ ਲੇਬਲਿੰਗ, ਉਹਦੀ ਕੁਆਲਿਟੀ ਸਰਟੀਫਿਕੇਸ਼ਨ, ਉਹਦੀ ਡੱਬਾਬੰਦੀ, ਉਹਨੂੰ ਖਪਤਕਾਰ ਤੱਕ ਕਿਵੇਂ ਅਪੜਨਾ ਕਰਨਾ, ਉਹਨੂੰ ਕਿਹੜੇ ਖਪਤਕਾਰਾਂ ਦੇ ਝੁੰਡ ਦੇ ਸਨਮੁਖ ਕਰਨਾ। ਕਿਉਂਕਿ ਖਪਤਕਾਰ ਵੀ ਤਰ੍ਹਾਂ ਤਰ੍ਹਾਂ ਦੇ ਆ ਜੀ। ਤੁਸੀਂ ਦੇਖਣ ਵਾਲੀ ਗੱਲ ਹੈ ਕਿ ਇਸ COVID-19 ਯੁੱਗ ਦੇ ਵਿੱਚ ਖਪਤਕਾਰ ਜਿਹੜੇ ਆ ਬਹੁਤ ਤੇਜ਼ੀ ਨਾਲ ਬਦਲ ਰਹੇ ਆ। ਹੁਣ ਉਹਨਾਂ ਦੇ ਮਨ 'ਚ ਇੱਕ ਸਹਿਮ ਹੈ, ਇੱਕ ਡਰ ਆ, ਜਿਹੜਾ ਕਿ ਪਹਿਲਾਂ ਨਹੀਂ ਸੀ। ਉਹ ਨਕਲੀ ਚੀਜ਼ ਵੀ ਖਰੀਦ ਲੈਂਦੇ ਸੀ, ਮਾੜੀ ਚੀਜ਼ ਵੀ ਖਰੀਦ ਲੈਂਦੇ ਸੀ, ਪਰ ਅੱਜ ਉਹ ਭੋਗ ਕੇ ਚੀਜ਼ ਖਰੀਦਦੇ ਆ। ਸਾਡੇ ਜ਼ਿਮੀਂਦਾਰਾਂ ਭਾਈਚਾਰੇ ਦੇ ਵਿੱਚ ਸਾਡੀ ਜਿਹੜੀ ਜਿਣਸ ਹੈ, ਕੰਪੈਰੇਟਿਵਲੀ ਜਿਹੜੇ ਮਿਡਲਮੈਨ ਆ, ਉਹਨਾਂ ਦੇ ਹੱਥ 'ਚ ਜਦੋਂ ਨਿਕਲ ਕੇ ਜਾਂਦੀ ਹੈ ਤਾਂ ਉਹ ਜਿਣਸ ਆਪਣਾ ਰੂਪ ਖਰਾਬ ਕਰ ਲੈਂਦੀ ਹੈ। ਪਰ ਜਦੋਂ ਸਾਡੇ ਜ਼ਿਮੀਂਦਾਰ, ਖਾਸ ਕਰਕੇ ਆਰਗੈਨਿਕ ਵਾਲਾ ਗਰੁੱਪ, ਖਾਸ ਕਰਕੇ PAU ਰਿਕਮੈਂਡਡ ਵਾਲਾ ਗਰੁੱਪ, ਖਾਸ ਕਰਕੇ ਜਿਹੜੇ ਸੰਗਠਿਤ ਕਮੋਡਿਟੀ ਗਰੁੱਪਸ ਆ, ਉਹਨਾਂ ਦੀ ਕੁਆਲਿਟੀ ਕਾਫੀ ਹੱਦ ਤੱਕ ਬਹੁਤ ਵਧੀਆ ਮਿਆਰੀ ਕੁਆਲਿਟੀ ਹੁੰਦੀ ਹੈ। ਜਦੋਂ ਉਹ ਸਿੱਧਾ ਖਪਤਕਾਰ ਨਾਲ ਜੁੜਨਗੇ ਨਾ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਉਹ ਮੁਨਾਫੇ ਦੇ ਵਿੱਚ ਤਾਂ ਇਜ਼ਾਫਾ ਹੋਊਗਾ, ਖਪਤਕਾਰਾਂ ਦੀ ਸਿਹਤ ਦੇ ਪ੍ਰਤੀ ਆਪਣੀ ਵਫਾਦਾਰੀ ਹੈ ਨਾ ਜਿਹੜੀ, ਕਿਉਂਕਿ ਆਪਣੇ ਪਿੰਡੂ ਭਾਈਚਾਰੇ ਦੀ ਜਿਹੜੀ ਸ਼ਹਿਰੀ ਭਾਈਚਾਰੇ ਦੇ ਪ੍ਰਤੀ ਜਿਹੜੀ ਸਿਹਤ ਦੀ ਵਫਾਦਾਰੀ ਅਸੀਂ ਜਿਹੜੀ ਸ਼ੋਅ ਕਰਦੇ ਆ ਨਾ ਜੀ, ਉਹ ਬਹੁਤ ਜ਼ਰੂਰੀ ਹੈ ਡਿਸਪੈਰਿਟੀ ਨੂੰ ਖਤਮ ਕਰਨ ਲਈ। ਰੂਰਲ ਤੇ ਅਰਬਨ ਡਿਸਪੈਰਿਟੀ, ਜਿਹੜਾ ਰੂਰਲ ਤੇ ਅਰਬਨ ਡਿਵਾਈਡ ਹੈ ਨਾ ਜੀ, ਉਹਨੂੰ ਖਤਮ ਹੀ ਸਾਡੀ ਜਿਣਸ ਕਰਦੀ ਹੈ ਤੇ ਸਾਡੇ ਉਤਪਾਦ ਕਰਦੇ ਆ ਪਿੰਡਾਂ ਵਾਲਿਆਂ ਦੇ। ਕਿਉਂਕਿ ਸ਼ਹਿਰੀ ਭਾਈਚਾਰਾ ਇਸ ਗੱਲ ਦੇ ਵਿੱਚ ਬਹੁਤ ਧੰਨਵਾਦੀ ਹੈ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਉਹਨਾਂ ਦੇ ਸਨਮੁਖ ਉਹ ਵਸਤੂਆਂ, ਉਹ ਉਤਪਾਦਾਂ ਤੋਂ ਤਿਆਰ ਹੋਏ ਜਾਂ ਜਿਣਸ ਤੋਂ ਤਿਆਰ ਹੋਏ ਉਤਪਾਦ ਜਾਂ ਸਿੱਧੀ ਜਿਣਸ ਪੇਸ਼ਕਾਰੀ ਕਰਦੇ ਹੋ, ਜਿਹੜੀ ਕਿ ਉਹਨਾਂ ਨੂੰ 3 ਡੰਗ ਜ਼ਰੂਰੀ ਹੈ। ਹੁਣ ਮੂਲ ਰੂਪ ਦੇ ਵਿੱਚ ਗਾਂ ਤੀਜਾ ਸੁਨੇਹਾ ਜਿਹੜਾ ਮੈਂ ਦੇਣਾ ਚਾਹੂੰਗਾ, ਮੇਰੇ 2 ਸੁਨੇਹੇ ਕੰਪਲੀਟ ਹੋ ਗਏ ਕਿ
ਪਹਿਲਾਂ ਤਾਂ ਸੰਗਠਿਤ ਹੋਣਾ, ਮੈਂ ਅੱਗੇ ਇਸ ਗੱਲ ਨੂੰ ਲੰਬੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿੱਦਾਂ ਅਸੀਂ ਸੰਗਠਿਤ ਹੋਏ। ਦੂਜਾ ਸੁਨੇਹਾ ਮੇਰਾ ਇਹ ਹੈ ਕਿ ਜਿਹੜੀ ਰੂਰਲ ਤੇ ਅਰਬਨ ਡਿਸਪੈਰਿਟੀ ਹੈ, ਅਸੀਂ ਉਹਨਾਂ ਨੂੰ ਉਤਪਾਦ ਦੇ ਰਾਹੀਂ ਜਿਣਸ ਤੋਂ ਉਤਪਾਦ ਕਿਵੇਂ ਤਿਆਰ ਕਰਨਾ, ਉਹਦੀ ਬ੍ਰਾਂਡਿੰਗ ਲੇਬਲਿੰਗ ਕਿਵੇਂ ਕਰਨੀ ਹੈ, ਤੇ ਉਸ ਤੋਂ ਬਾਅਦ ਉਹਨੂੰ ਖਪਤਕਾਰਾਂ ਦੇ ਝੁੰਡਾਂ ਨੂੰ ਸਨਮੁਖ ਕਿਵੇਂ ਉਹਨਾਂ ਦੇ ਲੈ ਕੇ ਜਾਣਾ। ਦੂਜਾ ਸੁਨੇਹਾ ਮੇਰਾ ਇਹ ਹੈ। ਤੀਜੀ ਗੱਲ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਕਿਤੇ ਨਾ ਕਿਤੇ ਇਸ ਗੱਲ ਤੋਂ ਵਾਂਝੇ ਰਹਿ ਗਏ ਕਿ ਅਸੀਂ ਰੂਰਲ ਮਾਰਕੀਟਸ ਨੂੰ ਟੈਪ ਨਹੀਂ ਕਰ ਪਾਏ। ਅਸੀਂ ਆਪਣੇ ਘਰਾਂ ਦੇ ਵਿੱਚ ਉਹੀ ਜਿਣਸ ਤੇ ਉਹੀ ਉਤਪਾਦ ਚੰਗੇ ਜਿਹੜੇ ਜਿਣਸਾਂ ਤੋਂ ਤਿਆਰ ਹੋਏ ਹੁੰਦੇ ਆ, ਅਸੀਂ ਉਹ ਰੂਰਲ ਮਾਰਕੀਟ ਦੇ ਵਿੱਚ ਨਹੀਂ ਅੱਪੜਦੇ ਕਰ ਪਾਏ। ਉਹ ਇੱਕ ਬਹੁਤ ਵੱਡੀ ਮਾਰਕੀਟ ਹੈ। ਜਿੱਦਾਂ ਆਮ ਕਰਕੇ ਪੰਜਾਬ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਜੇ ਡਾਟਾ ਵੀ ਇਹ ਗੱਲ ਸ਼ੋ ਕਰਦਾ ਕਿ ਜੇ 12,876 ਪਿੰਡ ਹੈ ਤਾਂ 12,876 ਸਾਡੀਆਂ ਬਹੁਤ ਵੱਡੀਆਂ ਮਾਰਕੀਟਸ ਆ। ਸਾਨੂੰ ਇਸ ਗੱਲ ਨੂੰ ਸਮਝਣਾ ਪਊਗਾ ਕਿ ਉਸ 12,876 ਪਿੰਡਾਂ ਦੇ ਵਿੱਚ ਜੋ ਵੀ ਅਸੀਂ ਜਿਣਸ ਤਿਆਰ ਕਰਦੇ ਆ, ਕਿਉਂਕਿ ਪਿੰਡਾਂ ਵਾਲੇ ਵੀ 3 ਡੰਗ ਖਾਂਦੇ ਆ ਜੀ। ਸਾਡੀ 3 ਕਰੋੜ ਜੇ ਮੰਨ ਲਓ ਆਬਾਦੀ ਹੈ 277 ਸੈਂਸਸ ਦੇ ਹਿਸਾਬ ਨਾਲ, ਪਰ ਸਾਰੇ ਪ੍ਰਵਾਸੀ ਪਾ ਕੇ ਜਾਂ ਹੋਰ ਜਿਹੜੇ ਮਾਈਗ੍ਰੇਂਟਸ ਸਾਡੇ ਕੋਲੇ ਆਉਂਦੇ ਉਹਨਾਂ ਨੂੰ ਜਦੋਂ ਅਸੀਂ ਪਾ ਲੈਂਦੇ ਆ ਤਾਂ ਸਾਡੇ ਕੋਲ 3 ਕਰੋੜ ਪਲੱਸ ਆਬਾਦੀ ਹੋ ਜਾਂਦੀ ਹੈ। 9 ਕਰੋੜ ਅਸੀਂ ਥਾਲੀ ਪਰੋਸਦੇ ਆ। ਸੋ ਸਾਡਾ ਬਹੁਤ ਵੱਡਾ ਰੋਲ ਆ ਉਸ 9 ਕਰੋੜ ਥਾਲੀ ਪਰੋਸਣ ਦੇ ਵਿੱਚ। ਸਾਨੂੰ ਇਹ ਰਿਸਪੌਂਸਿਬਿਲਿਟੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਹਾਂ, ਔਰ ਇਸ ਰਿਸਪੌਂਸਿਬਿਲਿਟੀ ਨੂੰ ਅਸੀਂ ਹੋਰ ਇੱਕ ਨਵਾਂ ਸਾਇੰਟੀਫਿਕ ਰੂਪ ਦੇ ਕੇ, ਉਹਦੇ ਵਿੱਚ ਆਰਗੈਨਿਕ ਦਾ ਝੁੰਡ ਵੀ ਹੈ ਜੀ ਖਪਤਕਾਰਾਂ ਦਾ, ਉਹਦੇ ਵਿੱਚ ਸਿਹਤ ਦੇ ਪ੍ਰਤੀ ਵਫਾਦਾਰ ਜਿਹੜੇ ਖਪਤਕਾਰ ਆ ਉਹਨਾਂ ਦਾ ਝੁੰਡ ਵੀ ਹੈ, ਉਹਦੇ ਵਿੱਚ ਗਰੀਬ ਵੀ ਆ, ਉਹਦੇ ਵਿੱਚ ਅਮੀਰ ਵੀ ਆ, ਉਹ ਚ ਪਿੰਡ ਦਾ ਸੱਭਿਆਚਾਰ ਵੀ ਆ, ਉਹ ਚ ਸ਼ਹਿਰ ਦਾ ਸੱਭਿਆਚਾਰ ਵੀ ਆ, ਉਹਦੇ ਵਿੱਚ ਥੋੜੇ ਜਿਹੜੇ ਫੈਟ ਲੋਕ ਆ ਉਹ ਵੀ ਹੈ, ਜਿਨ੍ਹਾਂ ਜਿਹੜੇ ਫਿੱਟ ਆ ਉਹ ਵੀ ਹੈ, ਛੋਟੇ ਉਮਰ ਦੇ ਵੀ ਆ। ਮਤਲਬ ਤਰ੍ਹਾਂ ਦੇ ਸੈਗਮੈਂਟ ਹੈ ਜੀ। ਜੇ ਅਸੀਂ ਗਿਣਨ ਲੱਗ ਜਾਈਏ ਤਾਂ ਸਾਰਾ ਸਮਾਂ ਉਸ ਚੀਜ਼ 'ਚ ਖਤਮ ਹੋ ਜਾਊਗਾ। ਮੈਂ ਇੱਥੇ ਇਹ ਗੱਲ ਦੱਸਣਾ ਚਾਹੂੰਗਾ ਕਿ ਜਦੋਂ ਅਸੀਂ ਤਰ੍ਹਾਂ ਦੇ ਸੈਗਮੈਂਟ ਪਛਾਣ ਲਏ, ਤਰ੍ਹਾਂ ਦੇ ਝੁੰਡ ਪਛਾਣ ਲਏ, ਉਸ ਝੁੰਡਾਂ ਨੂੰ ਕਿਵੇਂ ਵਸਤੂ ਕਿਸ ਰੂਪ ਦੇ ਵਿੱਚ ਪੇਸ਼ ਕਰਨੀ ਹੈ, ਇਹ ਗੱਲ ਪਹਿਚਾਣ ਲਈ ਤਾਂ ਮੰਡੀਕਰਨ ਤੇ ਜਾਂ ਮੰਡੀਕਰਨ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਗਿਆ। ਹੁਣ ਇੱਥੇ ਮੂਲ ਰੂਪ ਦੇ ਵਿੱਚ ਜਿਹੜੀ ਗੱਲ ਉੱਭਰ ਕੇ ਆਉਂਦੀ ਹੈ ਕਿ ਇਹ ਕੰਮ ਸਟਾਰਟ ਕਰਨਾ ਬਹੁਤ ਔਖਾ ਹੈ, ਸ਼ੁਰੂਆਤ ਕਰਨੀ ਬਹੁਤ ਔਖੀ ਆ, ਪਰ ਜਦੋਂ ਵੀ ਕੋਈ ਜ਼ਿਮੀਂਦਾਰ ਸਾਡੇ ਕੋਲੇ ਆਉਂਦਾ ਉਹ ਖੇਤੀ ਵਪਾਰੀ ਬਣਨ ਦੀ ਆਪਣੀ ਜਿਹੜੀ ਪੇਸ਼ਕਾਰੀ ਕਰਦੇ ਆ ਕਿ ਅਸੀਂ ਬਣਨਾ ਚਾਹੁੰਦੇ ਆ ਜੀ, ਅਸੀਂ ਵੀ ਪੈਸੇ ਕਮਾਉਣਾ ਚਾਹੁੰਦੇ ਆ ਜਾਂ ਅਸੀਂ ਸੇਵਾ ਵੀ ਕਰਨਾ ਚਾਹੁੰਦੇ, ਕਿਉਂਕਿ ਇਹ ਇਕਨੋਮਿਕ ਤੇ ਸੋਸ਼ਲ ਕਨਸੈਪਟ ਬੋਥ ਹੈ। ਇਹਨੂੰ ਆਪਾਂ ਇਹ ਮੰਨ ਕੇ ਨਹੀਂ ਚੱਲਾਂਗੇ ਕਿ ਅਸੀਂ ਖੇਤੀ ਵਪਾਰੀ ਵੀ ਪੈਦਾ ਕੀਤੇ। ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਅਸੀਂ ਖੇਤੀ ਵਪਾਰੀ ਇੱਕ ਪੈਦਾ ਕਰਦੇ ਹਾਂ, ਉਹਨੂੰ ਸਮਾਜ ਨੂੰ, ਉਸ ਇਨਸਾਨ ਦੀ ਜਾਂ ਉਸ ਗਰੁੱਪ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਇੱਕ ਤਾਂ ਉਹ ਸ਼ੁੱਧ ਭੋਜਨ ਦਿੰਦਾ ਖਪਤਕਾਰਾਂ ਦੇ ਝੁੰਡਾਂ ਨੂੰ, ਦੂਜਾ ਉਹ ਸ਼ੁੱਧ ਭੋਜਨ ਦੇ ਨਾਲ ਨਾਲ ਆਪਣਾ ਇਕਨੋਮਿਕ ਗੇਨ ਕਰਦਾ, ਪਲੱਸ ਇੰਪਲੋਇਮੈਂਟ ਓਪਰਚੁਨਿਟੀਜ਼ ਜਨਰੇਟ ਕਰਦਾ। ਕਿਉਂਕਿ ਆਮ ਕਰਕੇ ਉਹੀ ਕੋੜਮੇ ਜੀ, ਉਹੀ ਕੌਮਾਂ, ਉਹੀ ਸੂਬੇ, ਉਹੀ ਦੇਸ਼ ਤਰੱਕੀ ਕਰਦੇ ਆ ਜਿਹੜੇ ਇਸ ਗੱਲ ਦੇ ਉੱਤੇ ਪਹਿਰਾ ਦਿੰਦੇ ਆ ਕਿ ਚੀਜ਼ ਮੁਹੱਈਆ ਕਰਾਉਣੀ, ਕਿਸੇ ਦੂਸਰੇ ਬੰਦੇ ਦੀ ਜ਼ਿੰਦਗੀ ਬਿਹਤਰ ਕਰਨੀ, ਇਹ ਇੱਕ ਬਹੁਤ ਵੱਡਾ ਬਬਲ ਹੈ, ਬਹੁਤ ਵੱਡਾ ਬੁਲਬੁਲਾ ਜਿਹਦੇ ਨਾਲ ਸਾਰੀ ਦੁਨੀਆ ਚੱਲਦੀ ਹੈ। ਜਦੋਂ ਤੁਸੀਂ ਇਸ ਗੱਲ ਦੇ ਉੱਤੇ ਜਿਹਨੂੰ ਅਸੀਂ ਪ੍ਰਬੰਧਨ ਦੇ ਵਿੱਚ ਇਹ ਕਹਿੰਦੇ ਆ ਕਿ ਐਕਸਚੇਂਜ, ਜਦੋਂ ਐਕਸਚੇਂਜ ਹੁੰਦੀ ਹੈ ਨਾ ਜੀ, ਭਾਵੇਂ ਉਹ ਵਿਚਾਰਾਂ ਦੀ ਐਕਸਚੇਂਜ ਹੋਵੇ, ਭਾਵੇਂ ਉਹ ਸੋਮਿਆਂ ਦੀ ਐਕਸਚੇਂਜ ਹੋਵੇ, ਭਾਵੇਂ ਉਹ ਜਿਣਸ ਦੀ ਐਕਸਚੇਂਜ ਹੋਵੇ, ਭਾਵੇਂ ਉਹ ਜਿਣਸ ਤੋਂ ਉਤਪਾਦ ਤਿਆਰ ਕਰਕੇ ਉਹਨਾਂ ਦੀ ਐਕਸਚੇਂਜ ਹੋਵੇ, ਭਾਵੇਂ ਉਹ ਚੰਗੇ ਵਰਤਾਰੇ ਹੋਣ ਸੂਬੇ ਦੇ ਵਿੱਚ ਜਾਂ ਕੌਮਾਂ ਦੇ ਵਿੱਚ ਜਾਂ ਦੇਸ਼ਾਂ ਦੇ ਵਿੱਚ, ਤਾਂ ਡੈਫੀਨੇਟਲੀ ਉਹ ਦੇਸ਼ ਹੀ ਤਰੱਕੀ ਕਰਦੇ ਆ। ਸਾਨੂੰ ਇਸ ਗੱਲ ਦੇ ਉੱਤੇ ਪਕੜ ਕਰਨੀ ਪਊਗੀ। ਅੱਜ ਦਾ ਯੁੱਗ ਮੰਡੀਕਰਨ ਦੇ ਸਿਧਾਂਤਾਂ ਦੇ ਉੱਤੇ ਕਾਬਜ ਹੋਣ ਦਾ ਯੁੱਗ ਹੈ, ਨਾ ਕਿ ਪੈਦਾਵਾਰ ਦੇ ਖੇਤਰ ਦੇ ਵਿੱਚ ਮੱਲਾ ਮਾਰਨ ਦਾ ਯੁੱਗ ਹੈ। ਕਿਉਂਕਿ ਜਦੋਂ ਅਸੀਂ ਪੈਦਾਵਾਰ ਬਹੁਤ ਉੱਤੇ ਕਰ ਲੈਂਦੇ ਆ ਨਾ, ਮੈਂ ਨਹੀਂ ਕਹਿੰਦਾ ਕਿ ਪੈਦਾਵਾਰ ਨਹੀਂ ਕਰਨੀ ਚਾਹੀਦੀ, ਪਰ ਪੈਦਾਵਾਰ ਜਦੋਂ ਉੱਪੜਦੀ ਨਹੀਂ ਨਾ ਜੀ, ਉਹ ਡਬਲ ਨੁਕਸਾਨ ਦਿੰਦੀ ਆ ਸੋਸਾਇਟੀ ਨੂੰ। ਜਦੋਂ ਪੈਦਾਵਾਰ ਸਾਡੀ ਰੁਲ ਜਾਂਦੀ ਹੈ, ਜਦੋਂ ਪੈਦਾਵਾਰ ਸਾਡੀ ਜਿਣਸ ਖਰਾਬ ਹੋ ਜਾਂਦੀ ਹੈ, ਉਹ ਸਾਡੇ এনवायरमेंट ਨੂੰ ਵੀ ਪਲੀਤ ਕਰਦੀ ਹੈ ਜੀ, ਉਹ ਸਾਡੇ এনवायरमेंट ਤੇ ਵੀ ਸਟ੍ਰੈਸ ਪਾਉਂਦੀ ਹੈ, ਉਹ ਸਾਡੀਆਂ ਕੌਮਾਂ ਤੇ ਵੀ ਸਟ੍ਰੈਸ ਪਾਉਂਦੀ ਹੈ, ਉਹ ਸਾਡੇ ਸੂਬਿਆਂ ਤੇ ਵੀ ਸਟ੍ਰੈਸ ਪਾਉਂਦੀ ਹੈ। ਕਿਉਂਕਿ ਜਦੋਂ ਬਰਬਾਦੀ ਹੁੰਦੀ ਹੈ ਨਾ ਜੀ, ਉਹ ਫਿਰ ਵੇਸਟੇਜ ਦੇ ਰੂਪ ਦੇ ਵਿੱਚ ਜਦੋਂ ਉਹ ਪਲੜਾ ਭਾਰੀ ਹੋ ਜਾਂਦਾ ਵੇਸਟੇਜ ਦਾ, ਤੇ ਪੈਦਾਵਾਰ ਜਿਹੜੀ ਆ ਉਹ ਕੋਈ ਬੜਾ ਉਹਦਾ ਰੋਲ ਨਹੀਂ ਰਹਿੰਦਾ। ਪਰ ਜਦੋਂ ਉਹ ਪੂਰੇ ਜਨਸੰਖਿਆ ਤੱਕ ਅੱਪੜ ਜਾਵੇ, ਭਾਵੇਂ ਉਹ ਸਿੱਧੇ ਰੂਪ ਦੇ ਵਿੱਚ ਅੱਪੜੇ, ਭਾਵੇਂ ਉਹ ਪਹੁੰਚੇ ਸਿੱਧੇ ਰੂਪ 'ਚ, ਤੇ ਭਾਵੇਂ ਉਹ ਪ੍ਰੋਸੈਸਡ ਫੂਡ ਦੇ ਰੂਪ ਦੇ ਵਿੱਚ ਪਹੁੰਚੇ, ਭਾਵੇਂ ਉਹ ਫਰੈਸ਼ ਫਰੂਟਸ ਐਂਡ ਵੈਜੀਟੇਬਲ ਦੇ ਰੂਪ 'ਚ ਪਹੁੰਚੇ, ਤਾਂ ਉਹਦਾ ਲਾਹਾ ਵਧੀਆ ਹੁੰਦਾ, ਤਾਂ ਉਹਦੇ ਨਾਲ ਇੰਪਲੋਇਮੈਂਟ ਓਪਰਚੁਨਿਟੀਜ਼ ਵੀ ਜਨਰੇਟ ਹੁੰਦੀਆਂ। ਇਸ ਸੁਨੇਹੇ ਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਇਹ ਹੈ ਇੰਪਲੋਇਮੈਂਟ ਓਪਰਚੁਨਿਟੀਜ਼, ਕਿ ਸਾਡਾ ਸਾਰਾ ਦਾ ਸਾਰਾ ਜ਼ੋਰ ਹੀ ਇਸ ਚੀਜ਼ ਤੇ ਲੱਗਿਆ ਹੋਇਆ ਕਿ ਜਦੋਂ ਅਸੀਂ ਜਿਣਸ ਨੂੰ ਪ੍ਰੋਸੈਸ ਕਰਦੇ ਹਾਂ ਤਾਂ ਇੰਪਲੋਇਮੈਂਟ ਜਨਰੇਟ ਹੁੰਦੀ ਹੈ, ਜਦੋਂ ਪੈਕੇਜਿੰਗ, ਲੇਬਲਿੰਗ, ਬ੍ਰਾਂਡਿੰਗ ਹੁੰਦੀ ਹੈ, ਇੰਪਲੋਇਮੈਂਟ ਜਨਰੇਟ ਹੁੰਦੀ ਹੈ, ਜਦੋਂ ਵੰਡ ਪ੍ਰਣਾਲੀ ਬਣਾਈ ਜਾਂਦੀ ਹੈ, ਇੰਪਲੋਇਮੈਂਟ ਜਨਰੇਟ ਹੁੰਦੀ ਹੈ। ਕਿਉਂਕਿ ਮੰਡੀਕਰਨ ਦੇ ਉੱਤੇ ਜਦੋਂ ਮੈਂ ਮੰਡੀਕਰਨ ਵੱਲ
ਢੁਕੂਗਾ ਹੁਣ ਇਸ ਤੋਂ ਬਾਅਦ, ਇਸ ਸੁਨੇਹੇ ਤੋਂ ਬਾਅਦ, ਤਾਂ ਤੁਹਾਨੂੰ ਗੱਲ ਬੜੀ ਕਲੀਅਰ ਹੋ ਜੂਗੀ ਕਿ ਇਸ ਸੁਨੇਹੇ ਦੇ ਵਿੱਚ ਕਿੰਨਾ ਕੁ ਮਤਲਬ ਤਾਕਤ ਹੈ। ਇਸ ਸੁਨੇਹੇ ਦੇ ਵਿੱਚ ਜਿਹੜਾ ਮੈਂ ਹੁਣ ਤੁਹਾਨੂੰ ਤੀਜਾ ਸੁਨੇਹਾ ਦੇ ਰਿਹਾ, ਇਸ ਸੁਨੇਹੇ ਦੇ ਵਿੱਚ ਏਡੀ ਵੱਡੀ ਤਾਕਤ ਹੈ ਕਿ ਇਹਦੇ ਨਾਲ ਅਸੀਂ ਆਪਣੀਆਂ ਕੌਮਾਂ ਨੂੰ, ਇਹਦੇ ਨਾਲ ਅਸੀਂ ਆਪਣੀਆਂ ਸੂਬਿਆਂ ਨੂੰ, ਆਪਣੇ ਦੇਸ਼ਾਂ ਨੂੰ ਮੁਕਾਬਲੇ ਦੇ ਵਿੱਚ ਲੈ ਕੇ ਆ ਸਕਦੇ ਹਾਂ ਗਲੋਬਲ ਲੈਵਲ ਦੇ ਉੱਤੇ। ਕਿਉਂਕਿ ਪੰਜਾਬੀ ਜਾਣੇ ਜਾਂਦੇ ਆ ਜੀ ਫੂਡ ਬਾਉਲ ਆ ਜੀ ਪੰਜਾਬ, ਮਤਲਬ ਇਹ ਸਰਵ ਕਰਦਾ, ਇਹ ਪੈਦਾ ਕਰਕੇ ਸਰਵ ਕਰਦਾ। ਹੁਣ ਸਾਨੂੰ ਥੋੜਾ ਜਿਹਾ ਵਤੀਰਾ ਆਪਣਾ ਬਦਲਣਾ ਪਊਗਾ ਕਿ ਸਰਵ ਦੇ ਨਾਲ ਨਾਲ ਅਸੀਂ ਤਰੀਕੇ ਨਾਲ ਸਰਵ ਕਰੀਏ, ਸੈਗਮੈਂਟਡ ਅਪਰੋਚ ਦੇ ਵਿੱਚ ਸਰਵ ਕਰੀਏ ਕਿ ਜਿਹਨੂੰ ਜਿਹੇ ਜੀ ਚੀਜ਼ ਦੀ ਲੋੜ ਆ ਉਹਨੂੰ ਉਹ ਜੀ ਚੀਜ਼ ਦਿੱਤੀ ਜਾਵੇ। ਕਿਉਂਕਿ ਮੇਰਾ ਸੰਬੰਧ, ਸਾਡੀ ਟੀਮ ਦਾ ਸੰਬੰਧ ਬਹੁਤ ਇਹੋ ਜਿਹੇ ਪਲੇਟਫਾਰਮਸ ਦੇ ਨਾਲ ਹੈ ਜਿਹੜੇ ਆਪਣੇ ਆਪਣੇ ਖਿੱਤੇ ਦੇ ਵਿੱਚ ਵਧੀਆ ਕੰਮ ਕਰ ਰਹੇ ਆ। ਸੋ ਅਸੀਂ ਵਿਸ਼ੇ ਨੂੰ ਮੁੱਖ ਰੱਖ ਕੇ ਹਰੇਕ ਖਿੱਤੇ ਦੇ ਵਿੱਚ ਹੀ, ਹਰੇਕ ਪਲੇਟਫਾਰਮ ਦੇ ਉੱਤੇ ਜਾ ਕੇ ਹੀ ਆਪਣੀ ਗੱਲ ਰੱਖਦੇ ਆ। ਤੁਹਾਡਾ ਪਲੇਟਫਾਰਮ ਵੀ ਬਹੁਤ ਵਧੀਆ ਕੰਮ ਕਰ ਰਿਹਾ। ਆਰਗੈਨਿਕ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਆ। ਇਹ ਬਹੁਤ ਵੱਡਾ ਇੱਕ ਖਪਤਕਾਰਾਂ ਦਾ ਝੁੰਡ ਹੈ ਜਿਹੜਾ ਆਰਗੈਨਿਕ ਪ੍ਰੋਡਿਊਸ ਚਾਹੁੰਦਾ, ਨੈਚੁਰਲ ਪ੍ਰੋਡਿਊਸ ਚਾਹੁੰਦਾ। ਔਰ ਸਾਡਾ ਸੂਬਾ ਇਸ ਗੱਲ ਦੇ ਵਿੱਚ ਬਹੁਤ ਅੱਗੇ ਆ। ਕੰਢੀ ਏਰੀਆ ਜਿਹੜਾ ਰੇਨਫੈਡ ਏਰੀਆ ਸਾਰਾ, ਉਹ ਸਾਰੇ ਜ਼ਿਲ੍ਹੇ ਜਿਹੜੇ ਟੱਚ ਕਰਦੇ ਆ ਉਸ ਰੇਨਫੈਡ ਏਰੀਆ ਦੇ ਵਿੱਚ, ਉਹ ਸਾਰੇ ਦੇ ਸਾਰੇ ਜ਼ਿਲ੍ਹੇ ਬਹੁਤ ਵਧੀਆ ਕੰਮ ਕਰ ਰਹੇ ਆ ਕਿ ਉੱਥੇ ਨੈਚੁਰਲ ਪਿਕ ਹੁੰਦੀ ਆ, ਉੱਥੇ ਆਰਗੈਨਿਕ ਪ੍ਰੋਡਿਊਸ ਹੁੰਦੀ ਆ। ਉਹ ਆਰਗੈਨਿਕ ਪ੍ਰੋਡਿਊਸ ਸ਼ਹਿਰਾਂ ਦੇ ਉਸ ਖਪਤਕਾਰਾਂ ਕੋਲੇ ਜਾਂਦੀ ਆ ਜਿਹੜੇ ਪੈਸੇ ਪੇ ਕਰ ਸਕਦੇ ਆ, ਪਲੱਸ ਜਿਹੜੇ ਆਪਣੀ ਸਿਹਤ ਦੇ ਪ੍ਰਤੀ ਵਫਾਦਾਰ ਆ। ਜਾਂ ਕਹਿ ਲਓ ਕਿ ਉਦਾਹਰਨ ਦੇ ਰੂਪ ਦੇ ਵਿੱਚ ਮੈਂ ਗੱਲ ਸ਼ੇਅਰ ਕਰਨਾ ਚਾਹੂੰਗਾ ਕਿ ਸਾਡੇ ਕੋਲੇ ਬੜੇ ਇਹੋ ਜਿਹੇ ਕੈਂਸਰ ਪੇਸ਼ੈਂਟਸ ਦੇ ਝੁੰਡ ਹੈ ਜਿਨ੍ਹਾਂ ਨੂੰ ਡਾਕਟਰ ਰეკਮੈਂਡ ਕਰਦੇ ਆ ਕਿ ਤੁਸੀਂ ਜ਼ਹਿਰ ਰਹਿਤ ਜਿਹੜਾ ਉਹ ਭੋਜਨ ਖਾਣਾ, ਤਾਂ ਉਹ ਸਾਡੇ ਕੋਲੇ ਆਉਂਦੇ ਆ, ਸਾਨੂੰ ਸੰਪਰਕ ਕਰਦੇ ਆ। ਕਿਉਂਕਿ ਅਸੀਂ ਫੂਡ ਐਕਸਪਰਟ ਆ, ਤਾਂ ਸਾਨੂੰ ਉਹ ਫੂਡ ਬਿਜ਼ਨਸ ਦੇ ਐਕਸਪਰਟ ਆ, ਤਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਮੁਹੱਈਆ ਕਰਾਵਾਂਗੇ। ਅਸੀਂ ਆਪਣੇ ਜ਼ੋਰ ਲਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਜ਼ਿਮੀਂਦਾਰ ਨਾਲ ਅਟੈਚ ਕਰ ਦਿੰਦੇ ਆ। ਜਿਹੜੇ ਤੁਹਾਡੇ ਗਰੁੱਪ ਦੇ ਜ਼ਿਮੀਂਦਾਰ ਆ, ਅਸੀਂ ਉਹਨਾਂ ਨੂੰ ਅਟੈਚ ਕਰ ਦਿੰਦੇ ਆ ਉਹਨਾਂ ਨਾਲ। ਪਰ ਸਾਇੰਟੀਫਿਕਲੀ ਸਾਡੇ ਕੋਲੇ ਇੱਕ ਸ਼ੈਲਫ ਵੀ ਹੋਣਾ ਚਾਹੀਦਾ ਜਿਹੜਾ ਆਰਗੈਨਿਕ ਸ਼ੈਲਫ ਹੋਵੇ। ਕਿਉਂਕਿ ਜੇ ਅਸੀਂ ਆਜ਼ਾਦ ਆ ਤਾਂ ਸਾਡੀ ਸੋਚ ਆਜ਼ਾਦ ਆ, ਤਾਂ ਉਸ ਸੋਚ ਆਜ਼ਾਦ ਦੇ ਵਿੱਚ ਖਪਤਕਾਰ ਦੀ ਸੋਚ ਵੀ ਆ ਜਾਂਦੀ ਹੈ। ਤਾਂ ਖਪਤਕਾਰ ਜਿਹੇ ਜੀ ਚੀਜ਼ ਸੋਚੇ ਉਹਨੂੰ ਉਹੀ ਜੀ ਚੀਜ਼ ਸ਼ੈਲਫ ਦੇ ਉੱਤੇ ਮਿਲ ਜਾਵੇ। ਇਸ ਸੁਨੇਹੇ ਨੂੰ ਇਸ ਤਰੀਕੇ ਨਾਲ ਜੇ ਤੁਸੀਂ ਫੜੋਗੇ ਤਾਂ ਤੁਹਾਨੂੰ ਗੱਲ ਜ਼ਿਆਦੀ, ਅਗਲਾ ਚੌਥਾ ਸੁਨੇਹਾ ਮੇਰਾ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਲੱਗੂਗਾ। ਚੌਥੇ ਸੁਨੇਹੇ ਦੇ ਵਿੱਚ ਮੈਂ ਆਪਣੀ ਗੱਲ ਰੱਖਣੀ ਚਾਹੂੰਗਾ ਕਿ ਅਸੀਂ ਪ੍ਰੋਡਕਟ ਡਿਵੈਲਪਮੈਂਟ ਦੇ ਖਿੱਤੇ ਦੇ ਵਿੱਚ, ਪ੍ਰੋਡਕਟ ਡਿਵੈਲਪਮੈਂਟ ਕਿ ਜਿਣਸ ਤੋਂ ਉਤਪਾਦ ਕਿਵੇਂ ਤਿਆਰ ਕਰਨਾ, ਅਸੀਂ ਬਹੁਤ ਇਹਦੇ ਵਿੱਚ ਗੰਭੀਰਤਾ ਨਾਲ ਸੋਚਦੇ ਹਾਂ, ਘੋਖਦੇ ਹਾਂ। ਜਿੰਨੇ ਵੀ ਕਮੋਡਿਟੀ ਗਰੁੱਪਸ ਹੈ, ਜਿੱਦਾਂ ਪ੍ਰੋਗਰੈਸਿਵ ਬੀਕੀਪਰਸ ਐਸੋਸੀਏਸ਼ਨ ਹੋ ਗਈ, ਮਸ਼ਰੂਮ ਗਰੋਅਰਸ ਐਸੋਸੀਏਸ਼ਨ ਹੋ ਗਈ, ਫੂਡਸ ਐਂਡ ਵੈਜੀਟੇਬਲ ਗਰੋਅਰਸ ਐਸੋਸੀਏਸ਼ਨ ਹੋ ਗਈ, ਸਾਡੇ ਪ੍ਰੋਟੈਕਟਡ ਕਲਟੀਵੇਸ਼ਨ ਵਾਲੀ ਐਸੋਸੀਏਸ਼ਨ ਹੋ ਗਈ, ਸਾਡੇ ਜਿਹੜੇ ਗ੍ਰੀਨ ਹਾਊਸ ਜਿਨ੍ਹਾਂ ਨੇ ਲਾਏ ਹੋਏ ਆ ਉਹ ਸਾਰੀ ਐਸੋਸੀਏਸ਼ਨ ਹੋ ਗਈ, ਟੋਮੈਟੋ ਦੀ ਹੋ ਗਈ, ਪੋਟੈਟੋ ਦੀ ਐਸੋਸੀਏਸ਼ਨ ਹੋ ਗਈ। ਜਿੰਨੀਆਂ ਵੀ ਐਸੋਸੀਏਸ਼ਨਸ ਆ, ਅਸੀਂ ਇਹਨਾਂ ਦੇ ਮੰਚ ਤੇ ਜਾ ਕੇ ਉਹਨਾਂ ਨੂੰ ਇਹੀ ਕਹਿੰਦੇ ਆ ਕਿ ਆਪਣੀ ਜਿਣਸ ਜਿੰਨੀ ਵੀ ਤੁਹਾਡੀ, ਜਿਹੜੀ ਵੀ ਮੈਂ ਜਿਣਸ ਦੀ ਗੱਲ ਕਰ ਰਿਹਾ, ਜਿਹੜੇ ਵੀ ਜਿਣਸ ਦੀ ਅਸੀਂ ਉਸ ਪਲੇਟਫਾਰਮ ਤੇ ਗੱਲ ਕਰਦੇ ਆ, ਕਿ ਉਸ ਜਿਣਸ ਨੂੰ 5% 10% ਸਾਰੇ ਪਕਾਉਣਾ ਸ਼ੁਰੂ ਕਰ ਦਿਓ। ਲੀਚੀ ਐਸੋਸੀਏਸ਼ਨ ਹੈ, ਜਿੱਦਾਂ ਚੀਮਾ ਸਾਹਿਬ ਸੁਣ ਰਹੇ ਆ, ਤਾਂ ਅਸੀਂ ਚੀਮਾ ਸਾਹਿਬ ਨੂੰ ਵੀ ਇਹੀ ਸਲਾਹ ਦਿੱਤੀ ਕਿ ਤੁਸੀਂ ਕਿਸੇ ਤਰੀਕੇ ਨਾਲ ਜਿਹੜੀ ਤੁਹਾਡੀ ਲੀਚੀ ਵਾਲੀ ਸੰਗਠਨ ਹੈ, ਉਸ ਸੰਗਠਨ ਦੇ ਵਿੱਚ ਇਹ ਗੱਲ ਕਰੋ ਕਿ ਸਿੱਧਾ ਖਪਤਕਾਰ ਤੱਕ ਕਿਵੇਂ ਅਪੜਨਾ। ਲੀਚੀ ਸਿਰਫ ਵਪਾਰੀ ਦੇ ਥਰੂ ਨਹੀਂ ਵੇਚਣੀ ਜਾਂ ਆੜ੍ਹਤੀ ਦੇ ਥਰੂ ਨਹੀਂ ਵੇਚਣੀ, ਉਹਦੇ ਵਿੱਚੋਂ 5 ਜਾਂ 10% ਸਿੱਧੀ ਖਪਤਕਾਰ ਨੂੰ ਵੇਚਣੀ ਹੈ। ਉਹਦੇ ਨਾਲ ਤੁਹਾਨੂੰ ਇੱਕ ਅੰਦਾਜ਼ਾ ਹੋ ਜਾਊਗਾ ਕਿ ਇਹਦੇ ਵਿੱਚ ਕਿੰਨਾ ਪ੍ਰੋਫਿਟ ਹੈ। ਫਿਰ ਉਸ ਤੋਂ ਬਾਅਦ ਉਹਦੇ ਉਤਪਾਦ ਵੀ ਤਿਆਰ ਕਰਨੇ ਆ। ਹੁਣ ਲੀਚੀ ਸਕੁਐਸ਼ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ, ਲੀਚੀ ਪਲਪ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਸੋ ਇਦਾਂ ਅਸੀਂ ਹਰੇਕ ਕਮੋਡਿਟੀ ਨੂੰ ਹੈਂਡਲ ਕਰਦੇ ਆ। ਇਦਾਂ ਹੀ ਅਸੀਂ ਟੋਮੈਟੋ ਵਾਲਿਆਂ ਨੂੰ ਜਾ ਕੇ ਦੱਸਦੇ ਆ, ਇਦਾਂ ਹੀ ਪੋਟੈਟੋ ਵਾਲਿਆਂ ਨੂੰ, ਇਦਾਂ ਹੀ ਵਾਲਿਆਂ ਨੂੰ, ਇਦਾਂ ਹੀ ਸ਼ਹਿਦ ਵਾਲਿਆਂ ਨੂੰ। ਉਹਦੇ ਨਾਲ ਪ੍ਰੋਡਕਟ ਡਿਵੈਲਪਮੈਂਟ ਦੇ ਖਿੱਤੇ ਦੇ ਵਿੱਚ ਸਾਨੂੰ ਲੱਖਾਂ ਹੀ ਕਰੋੜਾਂ ਹੀ ਪ੍ਰੋਡਕਟਸ ਦੀ ਲੋੜ ਆ। ਜੇ ਅਸੀਂ ਉਹ ਕੰਮ ਨਹੀਂ ਕਰਾਂਗੇ ਤਾਂ ਬਾਹਰ ਦੇ ਜਿਹੜੇ ਲੋਟੇ ਟੋਲੇ ਆ, ਜਿਹੜੇ ਲੋਟੂ ਟੋਲੇ ਆ, ਇਹ ਲੋਟੂ ਟੋਲੇ ਸਾਡੇ ਤੇ ਕਾਬਜ ਹੋ ਜਾਣਗੇ। ਜਿੱਦਾਂ ਆਲਰੇਡੀ ਤੁਸੀਂ ਇਹ ਗੱਲ ਇੰਟਰੋਡਕਸ਼ਨ ਦੇ ਵਿੱਚ ਕਹੀ ਕਿ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਉਹ ਕਿਉਂ ਆਈ ਜੀ। ਫੋਰਨ ਡਾਇਰੈਕਟ ਇਨਵੈਸਟਮੈਂਟ ਤਾਂ ਆਈ ਕਿਉਂਕਿ ਅਸੀਂ ਢਿੱਲੇ ਸੀ। ਫੋਰਨ ਡਾਇਰੈਕਟ ਇਨਵੈਸਟਮੈਂਟ ਤਾਂ ਆਈ ਕਿਉਂਕਿ ਅਸੀਂ ਇਸ ਗੱਲ ਦੇ ਉੱਤੇ ਪਹਿਲਾ ਪੈਰਾ ਨਹੀਂ ਦਿੱਤਾ। ਕੁਝ ਹੱਦ ਤੱਕ ਮੈਂ ਆਪਣੇ ਮੋਢਿਆਂ ਤੇ ਵੀ ਇਹ ਜ਼ਿੰਮੇਵਾਰੀ ਲੈਣਾ, ਮੈਂ ਵੀ ਆਪਣੀ ਗਲਤੀ ਮੰਨਦਾ ਕਿ ਸਾਨੂੰ ਵੀ 25 ਵਰੇ ਪਹਿਲਾਂ ਜੇ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਸਾਨੂੰ ਇਹ 35 ਵਰੇ 40 ਵਰੇ ਪਹਿਲਾਂ ਕੰਮ ਸ਼ੁਰੂ ਕਰਨਾ ਚਾਹੀਦਾ ਸੀ। ਕਿਉਂਕਿ ਕੋਈ ਵੀ ਕੰਮ ਹੁੰਦਾ ਨਾ ਜੀ, ਉਹ ਇੱਕ ਟੀਮ ਦੇ ਵਿੱਚ ਬਹੁਤ ਲੰਬੀ ਸਟਰਗਲ ਹੁੰਦੀ ਆ, ਤਾਂ ਜਾ ਕੇ ਕਿਤੇ ਉਹਦੇ ਰਿਜ਼ਲਟ ਆਉਂਦੇ ਆ। ਜੇ ਤੁਸੀਂ ਸੋਚੋ ਕਿ ਇਹ 5 ਦਿਨ 'ਚ ਜਾਂ 10 ਦਿਨ 'ਚ ਜਾਂ 5 ਮਹੀਨੇ ਜਾਂ 5 ਸਾਲਾਂ 'ਚ ਰਿਜ਼ਲਟ ਆਣੇ ਆ, ਤਾਂ ਨਹੀਂ ਆਣੇ। ਸੋ ਹੁਣ ਸੰਗਠਿਤ ਹੋ ਗਏ ਸਾਰੇ, ਅਸੀਂ ਪ੍ਰੋਡਕਟ ਡਿਵੈਲਪਮੈਂਟ ਦੇ ਖਿੱਤੇ ਦੇ ਵਿੱਚ ਹਜ਼ਾਰਾਂ ਹੀ ਬ੍ਰਾਂਡ ਇੰਟਰੋਡਿਊਸ ਕਰ ਚੁੱਕੇ ਹਾਂ। ਬਹੁਤ ਅੱਛਾ ਕੰਮ ਕਰ ਰਿਹਾ। ਜੇ ਮੈਂ ਕੁਝ ਨਾਮ ਲਵਾਂ ਤਾਂ ਸਾਡਾ ਨੌਜਵਾਨ ਜ਼ਿਮੀਂਦਾਰ ਸੱਦੋਪੁਰ ਤੋਂ ਸਰਦਾਰ ਕੌਸ਼ਲ ਸਿੰਘ, ਉਸ ਇਨਸਾਨ ਨੇ ਕੇਨ ਫਾਰਮ ਨਾਮ ਦਾ ਬ੍ਰਾਂਡ ਖੜਾ ਕਰਤਾ ਮੰਡੀ ਦੇ ਵਿੱਚ। ਤੀਜੀ ਜਨਰੇਸ਼ਨ ਦਾ ਉਹ ਫਾਰਮਰ ਆ, ਤਾਂ ਉਹਨੇ
ਜੇ ਗੰਨੇ ਦੀ ਖੇਤੀ ਕੀਤੀ ਉਹਨਾਂ ਦੇ ਬਾਬੇ ਦਾਦਿਆਂ ਨੇ ਤਾਂ ਉਹਦੇ ਮਾਪਿਓ ਨੇ ਜੇ ਗੰਨੇ ਦੀ ਖੇਤੀ ਕੀਤੀ ਤਾਂ ਉਸ ਤੋਂ ਬਾਅਦ ਉਹਨੇ ਉਸ ਖੇਤੀ ਨੂੰ ਉਤਪਾਦ ਦੇ ਰੂਪ ਦੇ ਵਿੱਚ ਜਿਣਸ ਤੋਂ ਉਤਪਾਦ ਤਿਆਰ ਕਰਕੇ ਦੁਨੀਆ ਦੀ ਮੰਡੀ ਦੇ ਵਿੱਚ ਐਮਾਜ਼ਨ ਤੇ ਵੀ ਉਹ ਪ੍ਰੈਜ਼ੈਂਟ। ਅਸੀਂ ਇਹ ਜਿਹੇ ਕੌਸ਼ਲ ਸਿੰਘ ਚਾਹੁੰਦੇ ਹਾਂ, ਅਸੀਂ ਇਹ ਜਿਹੇ ਸੱਲੋਪੁਰ ਵਾਲੇ ਸਰਦਾਰ ਗੁਰਦਿਆਲ ਸਿੰਘ ਜੀ ਹਰੇਕ ਪਿੰਡ 'ਚ ਚਾਹੁੰਦੇ ਹਾਂ, ਅਸੀਂ ਚੀਮਾ ਸਾਹਿਬ ਹਰੇਕ ਪਿੰਡ 'ਚ ਚਾਹੁੰਦੇ ਹਾਂ। ਇਹੋ ਜਿਹੇ ਜਿਹੜੇ ਉਦਮੀ ਲੋਕ ਆ ਉਹ ਹਰੇਕ ਪਿੰਡ 'ਚ ਹੋਣ। ਹਰੇਕ 13,000 ਜੇ 12,876 ਪਿੰਡ ਆ ਤਾਂ ਹਰੇਕ ਪਿੰਡ ਦੇ ਵਿੱਚ 2-2 4-4 ਕੌਸ਼ਲ ਸਿੰਘ, 2-2 4-4 ਚੀਮਾ ਜੀ, 2-2 4-4 ਸਰਦਾਰ ਗੁਰਦਿਆਲ ਸਿੰਘ ਜੀ, ਏਦਾਂ ਦੇ ਭੁਪਿੰਦਰ ਜੀ ਪਟਿਆਲੇ ਵਾਲੇ ਜਿਨ੍ਹਾਂ ਨੇ ਮੋੜਕ ਬ੍ਰਾਂਡ ਸ਼ਹਿਰ ਦਾ ਤਿਆਰ ਕਰਕੇ ਸਨਮੁਖ ਕੀਤਾ, ਓਨੈਸਟ ਫਾਰਮਰ ਮੋਹਾਲੀ ਕਲਾਂ ਸੰਗਰੂਰ ਦਾ ਨੌਜਵਾਨ ਸਾਥੀ ਗੁਰਵੀਰ ਸਿੰਘ। ਅਸੀਂ ਚਾਹੁੰਦੇ ਹਾਂ ਕਿ ਥਾਂ ਥਾਂ ਗੁਰਵੀਰ ਸਿੰਘ ਹੋਣ, ਹਰੇਕ ਪਿੰਡ ਦੇ ਵਿੱਚ ਗੁਰਵੀਰ ਸਿੰਘ ਹੋਣ ਜਿਹਦੇ ਵਿੱਚ ਪਿੰਡ ਦੀ ਪਛਾਣ ਹੋਵੇ। ਜੇ ਪਿੰਡ ਦੀ ਪਛਾਣ ਗਾਣਿਆਂ ਤੋਂ ਹੋ ਸਕਦੀ ਹੈ, ਗੀਤਕਾਰਾਂ ਤੋਂ ਹੋ ਸਕਦੀ ਹੈ, ਤਾਂ ਪਿੰਡ ਦੀ ਪਛਾਣ ਵਸਤੂ ਤੋਂ ਹੋਵੇ, ਪ੍ਰੋਡਕਟ ਤੋਂ ਹੋਵੇ। 13,000 ਪ੍ਰੋਡਕਟਸ, 13,000 ਪਿੰਡ ਇੱਕ ਇੱਕ ਪ੍ਰੋਡਕਟ ਵੀ ਚੁੱਕ ਲੇ ਜਾਂ ਇੱਕ ਇੱਕ ਜਿੰਸ ਵੀ ਚੁੱਕ ਲੇ ਜਾਂ ਇੱਕ ਇੱਕ ਕਮੋਡਿਟੀ ਚੱਕ ਲੇ ਤਾਂ ਡੈਫੀਨੇਟਲੀ ਉਸ ਇੱਕ ਕਮੋਡਿਟੀ ਤੋਂ ਗਾਂ 5-5 7-7 ਵਸਤੂਆਂ ਬਣ। ਕੋਈ ਮਸਾਲਿਆਂ ਦੇ ਖੇਤਰ 'ਚ ਆ ਜੇ, ਕੋਈ ਪਿਆਜ਼ ਤੋਂ ਉਹਦੀ ਪੇਸਟ ਤਿਆਰ ਕਰ ਦੇ, ਕੋਈ ਤੜਕੇ ਦਾ ਬਹੁਤ ਵਧੀਆ ਸਾਡਾ ਉਦਮੀ ਜਗਮੰਤ ਰਾਏ ਜੀ, ਉਹ ਵੀ ਸੰਗਰੂਰ ਜ਼ਿਲ੍ਹੇ ਦੇ ਨੇ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਤੜਕਾ ਬ੍ਰਾਂਡ ਇੰਟਰੋਡਿਊਸ ਕੀਤਾ। ਸੋ ਜਿੰਨੀਆਂ ਪ੍ਰੋਡਕਟਸ ਡਿਵੈਲਪ ਕਰ ਲਾਂਗੇ, ਚੌਥੇ ਸੁਨੇਹੇ ਦੇ ਵਿੱਚ ਜਿੰਨੀਆਂ ਪ੍ਰੋਡਕਟਸ ਡਿਵੈਲਪ ਕਰ ਲਾਂਗੇ ਉਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣਾ ਬਹੁਤ ਵਧੀਆ ਰੋਲ ਨਿਭਾ ਰਹੀ ਹੈ। ਸਾਡੇ ਕੋਲੇ ਬਿਜ਼ਨਸ ਇਨਕੂਬੇਸ਼ਨ ਸੈਂਟਰ ਹੈ, ਤੁਸੀਂ ਆਪਣੀ ਜਿੰਸ ਲੈ ਕੇ ਆਓ, ਉੱਥੇ ਪਕਾ ਕੇ ਵਸਤੂਆਂ ਤਿਆਰ ਕਰਕੇ ਇੱਕ ਕਹਿ ਲਓ ਕਿ ਤਜਰਬੇ ਦੇ ਤੌਰ ਤੇ ਬ੍ਰਾਂਡਿੰਗ ਲੇਬਲਿੰਗ ਕਰਕੇ ਕੁਆਲਿਟੀ ਸਰਟੀਫਿਕੇਸ਼ਨ ਲੈ ਕੇ ਤਜਰਬੇ ਦੇ ਤੌਰ ਤੇ ਸਨਮੁਖ ਹੋ। ਜਦੋਂ ਖਪਤਕਾਰਾਂ ਦੇ ਤੁਸੀਂ ਸਨਮੁਖ ਹੁੰਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਕਿਉਂਕਿ ਇਹ ਇੱਕ ਪ੍ਰਕਿਰਿਆ ਹੈ, ਇਹ ਜਗ੍ਹਾ ਤੋਂ ਜਗ੍ਹਾ ਵੇਰੀ ਕਰਦੀ ਹੈ, ਟਾਈਮ ਤੋਂ ਸਮੇਂ ਵੇਰੀ ਕਰਦੀ ਹੈ। ਜਿਹੜੀ ਗੱਲ ਮੈਂ ਅੱਜ ਕਹਿ ਰਿਹਾ ਹੋ ਸਕਦਾ ਉਹ 2 ਸਾਲ ਬਾਅਦ ਨਾ ਢੁਕਦੀ ਹੋਵੇ ਕਿਸੇ ਖਾਸ ਵਸਤੂ ਬਾਰੇ। ਸੋ ਅਸੀਂ ਹਰਦਮ ਉਹਨਾਂ ਦੇ ਨਾਲ ਇਨ ਟੱਚ ਰਹਿੰਦੇ ਹਾਂ। ਜਿੱਦਾਂ ਬਹੁਤ ਵਧੀਆ ਤੁਸੀਂ ਇਹ ਗੱਲ ਦੱਸੀ ਕਿ ਅਸੀਂ ਇਨ ਟੱਚ ਰਹਿਣ ਦਾ ਬਹੁਤ ਵਧੀਆ ਮਾਧਿਅਮ ਚੁਣਿਆ ਕਿ ਕਾਗਜ਼ੀ ਪੱਤਰੀ ਤੋਂ ਹਟ ਕੇ ਅਸੀਂ ਕਿਸੇ ਤਰੀਕੇ ਨਾਲ ਪ੍ਰੈਕਟੀਕਲੀ ਇਨ ਟੱਚ ਰਹੀਏ ਕਿ ਮੈਨੂੰ ਕੋਈ ਵੀ ਜਿਹੜੇ ਖੇਤੀ ਵਪਾਰੀ ਆ ਉਹ ਫੋਨ ਕਰ ਸਕਦਾ ਕਿ ਰਮਨਦੀਪ ਸਾਨੂੰ ਆਹ ਪ੍ਰੋਬਲਮ ਆ ਰਹੀ ਆ, ਤਾਂ ਅਸੀਂ ਮੌਕੇ ਤੇ ਉਸ ਬਿਜ਼ਨਸ ਦੀ ਪ੍ਰੋਬਲਮ ਦਾ, ਸਮੱਸਿਆ ਦਾ ਸਮਾਧਾਨ ਦਿੰਦੇ ਆ ਉਹਨਾਂ ਨੂੰ। ਉਹਦਾ ਰੀਜ਼ਨ ਕੀ ਹੈ ਕਿ ਸੋਸ਼ਲ ਮੀਡੀਆ ਤੋਂ ਵਧੀਆ ਟੂਲ ਨਹੀਂ ਹੈ। ਇੱਕ ਤਾਂ ਫ੍ਰੀ ਦਾ ਟੂਲ ਹੈ, ਇੱਕ ਇਹ ਮਾਸ ਮੀਡੀਆ ਟੂਲ ਹੈ। ਇਹਦੇ ਵਿੱਚ ਜਿਹੜੀ ਵੀ ਗੱਲ ਅਸੀਂ ਕਰਦੇ ਹਾਂ ਟਰਾਂਸਪੇਰੈਂਟ ਹੁੰਦੀ ਹੈ। ਜੇ ਅਸੀਂ ਵੀ ਕੋਈ ਗਲਤੀ ਕਰੀਏ ਤਾਂ ਸਾਡੀ ਗਲਤੀ ਫੜ ਕੇ ਵੀ ਕੋਈ ਸਾਨੂੰ ਭੋਗ ਕੇ ਕਹਿ ਸਕਦਾ ਕਿ ਭਾਈ ਆ ਤੁਸੀਂ ਗਲਤ ਗੱਲ ਕਹੀ ਆ, ਅਸੀਂ ਉਸ ਗੱਲ ਨੂੰ ਮੰਨ ਕੇ ਆਪਣੇ ਆਪ ਨੂੰ ਸੁਧਾਰ ਲੈਂਦੇ ਆ। ਏਦਾਂ ਹੀ ਅਸੀਂ ਵੀ ਉਦਮੀਆਂ ਦੀਆਂ ਗਲਤੀਆਂ ਫੜਦੇ ਆ, ਉਹਨਾਂ ਨੂੰ ਭੋਗਦੇ ਆ, ਉਹਨਾਂ ਗਲਤੀਆਂ ਨੂੰ ਭੋਗ ਕੇ ਜਦੋਂ ਗਲਤੀਆਂ ਫੜਦੇ ਆ ਉਹਨਾਂ ਨੂੰ ਉਹਨਾਂ ਦਾ ਸਮਾਧਾਨ ਦਿੰਦੇ ਆ। ਸੋ ਕੁੱਲ ਮਿਲਾ ਕੇ ਪ੍ਰੋਡਕਟ ਡਿਵੈਲਪਮੈਂਟ ਦੇ ਖਿੱਤੇ ਦੇ ਵਿੱਚ ਜਿੰਨੇ ਵਸਤੂ ਕਾਬਜ ਹੋ ਗਿਆ, ਜਿਹੜਾ ਕੌਮ ਜਾਂ ਜਿਹੜਾ ਪਿੰਡ ਜਾਂ ਜਿਹੜੇ ਨੌਜਵਾਨਾਂ ਦਾ ਗਰੁੱਪ ਵਸਤੂ ਤੇ ਕਾਬਜ ਹੋ ਗਿਆ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੱਦਾਂ ਅਸੀਂ ਆਪਣਾ ਬੱਚਾ ਪਾਲਦੇ ਆ ਉਦਾਂ ਹੀ ਵਸਤੂ ਨੂੰ ਪਾਲਿਆ ਜਾਂਦਾ। ਜਦੋਂ ਵਸਤੂ ਪਲਦੀ ਆ, ਜਦੋਂ ਜਵਾਨ ਹੁੰਦੀ ਆ ਤਾਂ ਸਾਨੂੰ ਚੋਖਾ ਮੁਨਾਫਾ ਮੋੜਦੀ ਆ, ਸਮਾਜ ਨੂੰ ਵੀ ਚੋਖਾ ਮੁਨਾਫਾ ਜਿਹੜਾ ਉਹ ਮੁੜਦਾ, ਭਾਵੇਂ ਉਹ ਇੰਪਲੋਇਮੈਂਟ ਦੇ ਰੂਪ ਦੇ ਵਿੱਚ ਮੁੜੇ, ਭਾਵੇਂ ਉਹ ਚੰਗੀ ਸਿਹਤ ਦੇ ਰੂਪ ਚ ਮੁੜੇ, ਭਾਵੇਂ ਉਹ ਢਿੱਡ ਦੀ ਜਿਹੜੀ ਭੁੱਖ ਹੈ ਉਹਨੂੰ ਮਿਟਾਉਣ ਦੇ ਰੂਪ ਦੇ ਵਿੱਚ ਮੁੜੇ। ਸੋ ਕੁੱਲ ਮਿਲਾ ਕੇ ਪ੍ਰੋਡਕਟ ਡਿਵੈਲਪਮੈਂਟ ਨੂੰ ਇੱਕ ਇਹੋ ਜਿਹਾ ਟੂਲ ਮੰਨਣਾ ਚਾਹੀਦਾ ਹੈ। ਔਰ ਸਰਕਾਰਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਸ ਵਿਸ਼ੇ ਦੇ ਉੱਤੇ ਇੰਨਾ ਜ਼ਬਰਦਸਤ ਕੰਮ ਹੋਣਾ ਚਾਹੀਦਾ ਕਿ ਪੰਜਾਬ ਜਿੱਦਾਂ ਉਤਪਾਦ ਦੇ ਖੇਤਰ ਦੇ ਵਿੱਚ ਪਛਾਣਿਆ ਜਾਂਦਾ, ਉਹਦਾ ਵਸਤੂਆਂ ਦੇ ਖੇਤਰ 'ਚ ਪਛਾਣਿਆ ਜਾਵੇ ਕਿ ਫਲਾਣਾ ਪਿੰਡ ਜੀ, ਡੇੜਕਾ ਪਿੰਡ ਜੀ, ਕੂਮ ਕਲਾਂ ਜੀ, ਸੱਲੋਪੁਰ ਜੀ ਤੇ ਮੰਗਲੀ ਜੀ, ਇਹ ਪਿੰਡਾਂ ਦੇ ਨਾਮ ਤੋਂ ਤਾਂ ਪਛਾਣੇ ਜਾਣ, ਪਰ ਮੰਗਲੀ ਵਾਲੀ ਸਬਜ਼ੀ, ਸੱਲੋਪੁਰ ਵਾਲੀ ਹਲਦੀ, ਸੱਲੋਪੁਰ ਵਾਲੀ ਗੁੜ ਜਾਂ B2 ਮਿਲਕ ਜਿਹੜਾ ਵਾ ਉਹ ਮੋਹਾਲੀ ਕਲਾਂ ਵਾਲਾ, ਜਾਂ ਅਮੋਲਕ ਪਟਿਆਲੇ ਦਾ ਸ਼ਹਿਦ, ਜਾਂ ਆਪਣੇ ਰੰਧਾਵਾ ਜੀ ਦੀ ਰੰਧਾਵਾ ਖੁੰਭ ਫਾਰਮ ਤੋਂ ਖੁੰਭਾਂ, ਜਾਂ ਉਹਨਾਂ ਦੇ ਅਚਾਰ ਜਾਂ ਮੁਰੱਬੇ। ਸੋ ਕੁੱਲ ਮਿਲਾ ਕੇ ਜਾਂ ਬੀਬੀ ਦਿਓਲ ਦੇ ਖਾਣ ਪੀਣ ਦੇ ਪਦਾਰਥ, ਸੈਲਫ ਹੈਲਪ ਗਰੁੱਪ ਗਲੋਬਲ ਦੇ, ਏਦਾਂ ਹੀ ਸਾਡੇ ਕੋਲੇ ਕਮੋਡਿਟੀ ਗਰੁੱਪਸ ਆ, ਸੈਲਫ ਹੈਲਪ ਗਰੁੱਪਸ ਆ, FPOs ਆ, ਇੰਡੀਵਿਜੂਅਲ ਜਿਹੜੇ ਉਦਮੀ ਆ ਜਿਹੜੇ ਬਹੁਤ ਵਧੀਆ ਬ੍ਰਾਂਡ ਬਣਾ ਕੇ ਵਸਤੂਆਂ ਸਨਮੁਖ ਕਰਦੇ ਆ। ਇੱਕ ਤਾਂ ਉਸ ਗਰੁੱਪ ਦਾ ਨਾਮ ਹੁੰਦਾ, ਉਹ ਬ੍ਰਾਂਡਿੰਗ ਦਾ ਇੱਕ ਅਸੂਲ ਹੈ ਕਿ ਜਦੋਂ ਤੁਹਾਡਾ ਬ੍ਰਾਂਡ ਚੱਲਦਾ ਤਾਂ ਤੁਹਾਡਾ ਨਾਮ ਤਾਂ ਹੁੰਦਾ ਹੀ ਹੁੰਦਾ, ਪਰ ਉਹਦੇ ਇਲਾਵਾ ਤੁਸੀਂ ਜਿਹੜੀ ਇਕਨੋਮਿਕ ਐਕਸਚੇਂਜ ਕਰਦੇ ਹੋ, ਜਿਹੜੇ ਪੈਸੇ ਦਾ ਲੈਣ ਦੇਣ ਕਰਦੇ ਹੋ, ਜਦੋਂ ਉਹਦੇ ਨਾਲ ਇਕਨੋਮੀ ਜਿਹੜੀ ਆ ਉਹ ਚੱਲਦੀ ਆ, ਕਿਉਂਕਿ ਸਾਡੀ ਫੂਡ ਇਕਨੋਮੀ ਆ। ਸਾਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਪਊਗਾ। ਜੇ ਅਸੀਂ ਪ੍ਰੋਡਕਟ ਤੋਂ ਬਾਅਦ ਗੱਲ ਕਰੀਏ 5ਵੇਂ ਸੁਨੇਹੇ ਦੇ ਵਿੱਚ, ਜਿਹੜਾ ਕਿ ਬਹੁਤ ਇੰਪੋਰਟੈਂਟ ਸੁਨੇਹਾ, ਪ੍ਰੋਡਕਟ ਲੱਖਾਂ ਹੀ ਪ੍ਰੋਡਕਟਸ ਅਸੀਂ ਡਿਵੈਲਪ ਕਰ ਸਕਦੇ ਹਾਂ ਜੀ। ਤੁਸੀਂ ਸਾਡੇ
ਨਾਲ ਸੰਪਰਕ ਕਰੋ। 9814419470 ਮੇਰਾ ਨੰਬਰ ਹੈ। ਕੋਈ ਵੀ ਜ਼ਿਮੀਂਦਾਰ ਤੁਹਾਡੇ ਆਲੇ ਦੁਆਲੇ ਕੋਈ ਪ੍ਰੋਡਕਟ ਬਣਾਉਣਾ ਚਾਹੁੰਦਾ, ਤੁਸੀਂ ਸਿਰਫ ਇੱਕ WhatsApp ਮੈਸੇਜ ਕਰਨਾ, ਉਸ ਤੋਂ ਬਾਅਦ ਸਾਡਾ ਕੰਮ ਆ, ਅਸੀਂ ਜਾਣੀਏ ਸਾਡਾ ਕੰਮ ਜਾਣੇ। ਜੇ ਉਹ ਕਰਨਾ ਚਾਹੁੰਦਾ ਹੋਊਗਾ, ਜੇ ਉਹ ਪ੍ਰੈਕਟੀਕਲੀ ਉਸ ਚੀਜ਼ ਨੂੰ ਬਣਾਉਣਾ ਚਾਹੁੰਦਾ ਹੋਊਗਾ, ਤਾਂ ਅਸੀਂ ਉਹਨੂੰ ਉਸ ਸਾਡਾ ਮੋਡਸ ਆਪਰੈਂਡੀ ਕੀ ਆ, ਅਸੀਂ ਕਿਵੇਂ ਕੰਮ ਕਰਦੇ ਆ, ਕਿ ਅਸੀਂ ਉਸ ਇਨਸਾਨ ਨੂੰ ਉਸ ਗਰੁੱਪ ਦੇ ਵਿੱਚ ਪਾ ਲੈਂਦੇ ਆ ਪਹਿਲਾਂ, ਜਿਹੜੇ ਗਰੁੱਪ ਦੇ ਵਿੱਚ ਉਹ ਕਮੋਡਿਟੀ ਸਾਂਝੀ ਹੈ। ਫਿਰ ਉਸ ਤੋਂ ਬਾਅਦ ਉਸ ਗਰੁੱਪ ਦੇ ਵਿੱਚ ਜਿਹੜੇ ਉਸ ਇਨਸਾਨ ਤੋਂ 10 ਸਟੈਪ ਅੱਗੇ ਆ, ਉਹਨਾਂ ਨਾਲ ਉਹਨੂੰ ਜੋੜ ਦਿੰਦੇ ਆ, ਨੈਟਵਰਕਿੰਗ ਕਰ ਦਿੰਦੇ ਆ। ਪ੍ਰੈਕਟੀਕਲੀ ਉਹ ਜਾ ਕੇ ਉੱਥੇ ਦੇਖ ਸਕਦਾ। ਜਿੱਦਾਂ ਗਰਚਾ ਜੀ ਨੇ ਬਹੁਤ ਵਧੀਆ ਸੋਇਆ ਦੇ ਖੇਤਰ ਦੇ ਵਿੱਚ ਕੰਮ ਕੀਤਾ, ਅਸੀਂ ਜੇ ਕਿਸੇ ਨੇ ਸੋਇਆਬੀਨ ਦੇ ਖੇਤਰ ਦੇ ਵਿੱਚ ਕੰਮ ਕਰਨਾ ਤਾਂ ਅਸੀਂ ਉਹਨੂੰ ਗਰਚਾ ਸਾਹਿਬ ਨਾਲ ਜੋੜ ਦਿੰਦੇ ਆ। ਜੇ ਕੋਈ ਬਾਗਬਾਨੀ ਦਾ ਕੰਮ ਕਰਨਾ ਚਾਹੁੰਦਾ ਤਾਂ ਚੀਮਾ ਸਾਹਿਬ ਨਾਲ ਜੋੜ ਸਕਦੇ ਆ, ਜਾਂ ਮੁੰਡਾ ਢਿੱਲੋਂ ਆ ਸਾਡੇ ਕੋਲੇ, ਉਹਦੇ ਨਾਲ ਅਸੀਂ ਜੋੜ ਦਿੰਦੇ ਆ। ਸੋ ਗੁਰਰਾਜ ਢਿੱਲੋਂ ਸਾਡਾ ਬਹੁਤ ਵਧੀਆ ਯੂਨੀਵਰਸਿਟੀ ਦਾ ਵਿਦਿਆਰਥੀ ਆ, PAU ਟ੍ਰੇਨਡ ਆ, ਸੋ ਬਹੁਤ ਵਧੀਆ ਕੰਮ ਕਰ ਰਿਹਾ। ਸੋ ਇਦਾਂ ਸਾਡੇ ਕੋਲੇ ਉਹ ਗਰੁੱਪ ਹੈ, ਅਸੀਂ ਉਹਨਾਂ ਨਾਲ ਜਦੋਂ ਜੋੜਦੇ ਆ ਉਹਨਾਂ ਨੂੰ, ਤਾਂ ਉੱਥੋਂ ਪ੍ਰੈਕਟੀਕਲ ਟ੍ਰੇਨਿੰਗ ਲੈਂਦੇ ਆ। PAU ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਪ੍ਰੈਕਟੀਕਲ ਟ੍ਰੇਨਿੰਗ ਲੈਂਦੇ ਆ, ਤੇ ਉਹ ਦੁਨੀਆ ਦੇ ਵਿੱਚ ਆਪਣਾ ਜਿਹੜਾ ਮੁਕਾਬਲਾ ਵਾ ਉਹ ਫੋਰਨ ਡਾਇਰੈਕਟ ਇਨਵੈਸਟਮੈਂਟਸ ਦੇ ਨਾਲ ਕਰਦੇ ਆ। ਔਰ ਮੈਂ ਤੁਹਾਨੂੰ ਗਰੰਟੀ ਦਿੰਦਾ ਇਸ ਗੱਲ ਦੀ, ਤੁਸੀਂ ਸਾਡੀਆਂ ਕੁਝ ਪ੍ਰੋਡਕਟਸ ਜਿਹੜੀਆਂ ਬਹੁਤ ਵਧੀਆ ਕੰਮ ਕਰ ਰਹੀਆਂ, ਜੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਮਿਆਰ ਜੇ ਕੰਪੇਅਰ ਕਰੋ, ਤਾਂ ਦੁਨੀਆ ਦੀ ਮੰਡੀ ਦੇ ਵਿੱਚ ਜਿਹੜੀਆਂ ਬੈਸਟ ਪ੍ਰੋਡਕਟਸ ਆ, ਉਹਨਾਂ ਦੇ ਮਿਆਰ ਦੀਆਂ ਪ੍ਰੋਡਕਟਸ ਆ। ਔਰ ਉਹ ਦੁਨੀਆ ਦੇ ਉਸ ਪਲੇਟਫਾਰਮ ਦੇ ਉੱਤੇ ਵੀ ਜਿਹੜੀਆਂ ਵਾ ਉਹ ਅਵੇਲੇਬਲ ਆ, ਜਿੱਦਾਂ Amazon ਪਲੇਟਫਾਰਮ ਹੋ ਗਿਆ, ਆਪਣੀ ਖੇਤੀ ਮੋਬਾਈਲ ਐਪ ਹੋ ਗਿਆ, ਜਿੰਨੀਆਂ ਵੀ ਕਿਸਾਨ ਐਪਸ ਆ ਉਹਨਾਂ ਦੇ ਉੱਤੇ ਉਹ ਪ੍ਰੋਡਕਟਸ ਡਿਸਪਲੇ ਆ। ਹੁਣ ਮੈਂ ਪੰਜਵੇਂ ਸਨੇਹ ਦੀ ਗੱਲ ਕਰੂੰਗਾ, ਜਿਹੜਾ ਮੂਲ ਰੂਪ ਦੇ ਵਿੱਚ ਅਸੀਂ ਬਹੁਤ ਪਿੱਛੇ ਆ, ਪਰ ਕੁਝ ਖਿੱਤਿਆਂ ਦੇ ਵਿੱਚ ਉਸ ਸਨੇਹ ਦੇ ਉੱਤੇ ਬਹੁਤ ਜ਼ਿਆਦਾ ਕੰਮ ਹੋਇਆ। ਪੰਜਵਾਂ ਸਨੇਹਾ ਮੇਰਾ ਜਿਹੜਾ ਕਿ ਬਹੁਤ ਇੰਪੋਰਟੈਂਟ ਸਨੇਹਾ, ਕਿ ਮੰਡੀ ਦੇ ਉੱਤੇ ਵੀ ਸਾਨੂੰ ਕਾਬਜ਼ ਹੋਣਾ ਪਊਗਾ, ਕਿਉਂਕਿ ਵਿਚੋਲੀਆਂ ਤੋਂ ਬਚਣ ਦਾ ਤਰੀਕਾ ਪਹਿਲਾਂ ਮੈਂ ਤੁਹਾਨੂੰ ਚੌਥੇ ਸਨੇਹ 'ਚ ਦੱਸਿਆ, ਪ੍ਰੋਡਕਟ ਡਿਵੈਲਪ ਕਰੋ ਜੀ, ਕਿਉਂਕਿ ਤੁਹਾਡਾ ਜਿਹੜਾ ਫੋਰਨ ਡਾਇਰੈਕਟ ਇਨਵੈਸਟਮੈਂਟ ਆ ਰਹੀ ਹੈ, ਜਾਂ ਜਿਹੜੀਆਂ ਦੂਸਰੀਆਂ ਆਰਗੇਨਾਈਜ਼ਡ ਲੋਟੂ ਟੋਲੇ ਆ ਰਹੇ ਆ, ਉਹਨਾਂ ਤੋਂ ਬਚਣ ਦੀ ਖਾਤਰ ਸਾਨੂੰ ਆਪਣੇ ਆਰਗੇਨਾਈਜ਼ਡ ਟੋਲੇ ਬਣਾਉਣੇ ਪੈਣੇ ਆ, ਸਾਨੂੰ ਆਪਣੀ ਜਿਣਸ ਤੋਂ ਉਤਪਾਦ ਤਿਆਰ ਕਰਨੇ ਪੈਣੇ ਆ। ਚੌਥੇ ਸਨੇਹੇ ਦੇ ਵਿੱਚ ਪੰਜਵਾਂ ਸਨੇਹਾ ਇਹ ਹੈ ਕਿ ਜੇ ਅਸੀਂ ਉਤਪਾਦ ਤਿਆਰ ਕਰਾਂਗੇ ਤਾਂ ਅਸੀਂ ਮੰਡੀ ਤੇ ਵੀ ਕਾਬਜ਼ ਹੋਵਾਂਗੇ। ਜੇ ਅਸੀਂ ਮੰਡੀ ਤੇ ਕਾਬਜ਼ ਨਾ ਹੋਏ ਤਾਂ ਗੱਲ ਉੱਥੇ ਹੀ ਟੁਕ ਜਾਣੀ ਹੈ। ਫਿਰ ਪੜ੍ਹਾਈ ਲੜੀਵਾਰਤਾ ਦੀ ਹੈ ਜੀ, ਗੱਲ ਉੱਥੇ ਟੁਕ ਜਾਣੀ ਹੈ ਕਿ ਅਸੀਂ ਵਸਤੂ ਤਿਆਰ ਕਰਕੇ ਫਿਰ ਵਿਚੋਲੀਏ ਨੂੰ ਦੇ ਦੇਣੀ ਹੈ, ਤਾਂ ਵਿਚੋਲੀਏ ਨੇ ਫਿਰ ਉਹਦੇ ਤੇ ਕਾਬਜ਼ ਹੋ ਜਾਣਾ, ਤੇ ਸਾਨੂੰ ਫਿਰ ਪਰਾਂ ਦਾ ਪਰਾਂ ਹੀ ਮੁਨਾਫੇ ਤੋਂ ਰੱਖਣਾ, ਪਲੱਸ ਸਾਡੀ ਕੰਟਰੀਬਿਊਸ਼ਨ ਪਰਾਂ ਦੀ ਪਰਾਂ ਰਹਿ ਜਾਣੀ ਹੈ। ਸੋ ਲੜੀਵਾਰਤਾ ਦੇ ਵਿੱਚ ਜੇ ਅਸੀਂ ਪ੍ਰੋਡਕਟ ਡਿਵੈਲਪ ਕੀਤੀ ਹੈ ਚੌਥੇ ਸਨੇਹ ਦੇ ਵਿੱਚ, ਤਾਂ ਪੰਜਵੇਂ ਸਨੇਹ ਸਾਨੂੰ ਮੰਡੀ ਤੇ ਕਾਬਜ਼ ਹੋਣਾ ਪੈਣਾ, ਭਾਵੇਂ ਉਹ ਔਨ ਫਾਰਮ ਮਾਰਕੀਟ ਦਾ ਕੰਸੈਪਟ ਹੋਵੇ, ਖੇਤ ਤੋਂ ਗ੍ਰਾਹਕ ਤੱਕ, ਭਾਵੇਂ ਉਹ ਖੇਤ ਤੋਂ ਗ੍ਰਾਹਕ ਦੇ ਕੰਸੈਪਟ ਦੇ ਵਿੱਚ ਰੂਰਲ ਕਿਸਾਨ ਬਾਜ਼ਾਰ ਹੋਵੇ, ਅਰਬਨ ਕਿਸਾਨ ਬਾਜ਼ਾਰ ਹੋਵੇ। ਬਹੁਤ ਵਧੀਆ ਕੰਮ ਕਰ ਰਹੇ ਆ ਜਿਹੜੇ ਕਸਟਮ ਹਾਇਰਿੰਗ ਯੂਨਿਟ ਗੁਰਦਾਸਪੁਰ ਕਿਸਾਨ ਬਾਜ਼ਾਰ, ਜਿਹੜਾ ਗੁਰਦਾਸਪੁਰ ਲੱਗਦਾ, ਉਹ ਬਹੁਤ ਵਧੀਆ ਉਪਰਾਲਾ। ਅੱਜ ਤੋਂ ਮੈਨੂੰ ਲੱਗਦਾ 4-5 ਸਾਲ 5 ਵਰੇ ਪਹਿਲਾਂ ਜੇ ਅਸੀਂ ਇਕੱਠੇ ਹੋਏ ਸੀ ਤਾਂ ਉੱਥੇ ਗੱਲ ਚੱਲੀ ਸੀ, ਤਾਂ ਉਹਨਾਂ ਨੇ ਉਸ ਗੱਲ ਨੂੰ ਇੰਪਲੀਮੈਂਟ ਕੀਤਾ। ਕਿਸਾਨ ਬਾਜ਼ਾਰ ਖੁਦ ਖੋਲਿਆ, ਖੁਦ ਆਪ ਕਿਸਾਨ ਬਾਜ਼ਾਰ ਦੇ ਵਿੱਚ ਬਹੁਤ ਤਕੜੇ ਜ਼ਿਮੀਂਦਾਰ ਜਿਹੜੇ 200 ਏਕੜ ਦੀ ਖੇਤੀ ਕਰਦੇ ਆ, 50 ਏਕੜ ਦੀ ਖੇਤੀ ਕਰਦੇ ਆ, 40 ਏਕੜ ਦੀ ਖੇਤੀ ਕਰਦੇ ਆ, ਸਿਰਫ ਉਦਮੀ ਦੇ ਰੂਪ ਦੇ ਵਿੱਚ ਉੱਥੇ ਬੈਠਦੇ ਆ। ਕਿਉਂ ਬੈਠਦੇ ਆ? ਕਿ ਛੋਟੇ ਕਿਸਾਨ ਮਨ ਦੇ ਵਿੱਚ ਇਹ ਨਾ ਲੈਣ ਕਿ ਅਸੀਂ ਸਿੱਧੀ ਚੀਜ਼ ਵੇਚ ਰਹੇ ਹਾਂ। ਜਦੋਂ ਉਹ ਉੱਥੇ ਬਹਿੰਦੇ ਆ, ਉਹ ਉਦਮੀ ਜਿਹੜੇ ਛੋਟੇ ਕਿਸਾਨ ਹੁੰਦੇ ਆ, ਉਹਨਾਂ ਨੂੰ ਵੀ ਜੋਸ਼ ਆਉਂਦਾ ਕਿ ਜੇ ਈਵਨ ਮੈਂ ਵੀ ਜਾ ਕੇ ਉੱਥੇ ਬਹਿਣਾ। ਉਹਦਾ ਰੀਜ਼ਨ ਕੀ ਹੈ ਕਿ ਵੀ ਉਹਨਾਂ ਨੂੰ ਲੱਗਦਾ ਕਿ ਰਮਨਦੀਪ ਐਕਸਪਰਟ ਆ, ਜੇ ਇਹ ਇੱਥੇ ਮੰਡੀ ਦੇ ਵਿੱਚ ਮੈਨੂੰ ਜਦੋਂ ਮਰਜ਼ੀ ਜਿਹੜੀ ਮਰਜ਼ੀ ਰੂਰਲ ਕਿਸਾਨ ਬਾਜ਼ਾਰ ਦੇ ਵਿੱਚ ਬੁਲਾਓ, ਮੈਂ ਉੱਥੇ ਜਾ ਕੇ 2 ਘੰਟੇ ਡਿਊਟੀ ਦੇਣ ਨੂੰ ਵੀ ਤਿਆਰ ਆ। ਉਹਦਾ ਰੀਜ਼ਨ ਕੀ ਹੈ ਕਿ ਜਿਹੜੀ ਤੁਹਾਡੇ ਮਨ 'ਚ ਇੱਕ ਸ਼ਰਮ ਜੀ ਬੈਠੀ ਹੋਈ ਹੈ, ਮੈਂ ਵੀ ਆਪਣੇ ਵਿਚਾਰ ਵੇਚ ਰਿਹਾ, ਤੁਹਾਡੇ ਮਨ 'ਚ ਇੱਕ ਸ਼ਰਮ ਜੀ ਬੈਠੀ ਹੋਈ ਹੈ, ਯਾਰ ਮੈਂ ਆਪਣੀ ਜਿਣਸ ਸਿੱਧੇ ਖਪਤਕਾਰ ਨੂੰ ਵੇਚੂਗਾ ਤਾਂ ਮੇਰੇ ਮਨ 'ਚ ਪਤਾ ਨਹੀਂ ਲੋਕ ਮੇਰੇ ਬਾਰੇ ਕੀ ਕਹਿਣਗੇ। ਇਹ ਸ਼ਰਮ ਲਾ ਦਿਓ, ਮੇਰੀ ਚੀਜ਼ ਹੈ, ਮੈਂ ਹੀ ਵੇਚਣੀ ਹੈ, ਮੇਰਾ ਵਿਸ਼ਾ ਹੈ, ਮੈਂ ਹੀ ਤੁਹਾਡੇ ਸਨਮੁਖ ਕਰਨਾ, ਕੋਈ ਹੋਰ ਦੂਸਰਾ ਬੰਦਾ ਨਹੀਂ ਕਰੂਗਾ। ਜੇ ਕਰੂਗਾ ਤਾਂ ਉਹਨੂੰ ਘੋਲ ਕੇ ਕਰੂਗਾ, ਉਹਦੀ ਡਿਲੂਸ਼ਨ ਕਰੂਗਾ, ਜਾਂ ਉਹਦੇ ਵਿੱਚ ਅਡਲਟ੍ਰੇਸ਼ਨ ਕਰੂਗਾ, ਤਾਂ ਗਲਤ ਮਲਤ ਸੁਨੇਹੇ ਦਊਗਾ। ਸੋ ਮੇਰਾ ਵਿਸ਼ਾ ਹੈ, ਇਹਦਾ ਸੁਨੇਹਾ ਮੈਂ ਹੀ ਤੁਹਾਡੇ ਤੱਕ ਪੜਦਾ ਕਰਨਾ। ਏਦਾਂ ਤੁਹਾਡੀ ਜਿਣਸ ਹੈ, ਉਸ ਤੋਂ ਜਿਣਸ ਦੇ ਰੂਪ 'ਚ ਜਾਂ ਉਹਨੂੰ ਉਤਪਾਦ ਦੇ ਰੂਪ 'ਚ ਤੁਸੀਂ ਖੁਦ ਹੀ ਜਦੋਂ ਢਕਾਓਗੇ ਤਾਂ ਉਹ ਇੱਕ ਬਹੁਤ ਸੁਖਾਵਾਂ ਮਾਹੌਲ ਹੋਊਗਾ। ਤੁਹਾਨੂੰ ਸਭ ਤੋਂ ਵੱਧ ਜਾਣਕਾਰੀ ਉਸ ਜਿਣਸ ਦੀ ਆ, ਉਸ ਪ੍ਰੋਡਕਟ ਦੀ ਆ। ਜੇ ਸਰਦਾਰ ਗੁਰਦਿਆਲ ਸਿੰਘ ਜੀ ਆਪਣੀ ਹਲਦੀ ਢਕਾਉਂਦੇ ਆ ਤਾਂ ਉਹਨਾਂ ਨੂੰ ਹਲਦੀ ਦੇ ਵਿੱਚ ਕੋਈ ਵੀ ਪ੍ਰਸ਼ਨ ਖਪਤਕਾਰ ਪੁੱਛ ਸਕਦਾ। ਕਦੇ ਵੀ ਐ ਨਹੀਂ ਹੋਊਗਾ ਕਿ ਉਸ ਖਪਤਕਾਰ ਨੂੰ ਉਸ ਪ੍ਰਸ਼ਨ ਦਾ ਜਵਾਬ ਨਾ ਮਿਲੇ। ਕਦੇ ਵੀ ਐ ਨਹੀਂ ਹੋਊਗਾ ਕਿ ਉਸ ਪ੍ਰਸ਼ਨ ਦੇ ਵਿੱਚ ਜਿਹੜੇ ਵੀ ਕੋਈ ਉਹਦੇ ਨੁਕਤੇ ਪ੍ਰਸ਼ਨ ਦੇ ਦਿਮਾਗ ਦੇ ਵਿੱਚ ਖਪਤਕਾਰ ਦੇ ਘਰ ਕਰ ਚੁੱਕੇ ਆ, ਉਹਨਾਂ ਨੂੰ ਉਸ ਨੁਕਤਿਆਂ ਨੂੰ, ਉਸ ਨੈਗੇਟਿਵਸ ਨੂੰ ਖਪਤਕਾਰ ਦੇ ਮਨ ਚੋਂ ਕੱਢਣ ਦੀ ਜੋ ਉਦਮ ਇਹ ਕਰ ਸਕਦੇ ਆ ਹਲਦੀ ਦੇ ਖੇਤਰ ਦੇ ਵਿੱਚ, ਉਹ ਹੋਰ ਕੋਈ ਕਰ ਹੀ ਨਹੀਂ ਸਕਦਾ।
ਇਦਾਂ ਤੁਸੀਂ ਵਿਸ਼ੇ ਦੇ ਐਕਸਪਰਟ ਬਣ ਜਾਓਗੇ। ਅਸੀਂ ਚਾਹੁੰਦੇ ਹਾਂ ਜੀ ਕਿ ਸਾਡੇ ਸਾਰੇ ਉਦਮੀ ਜਿਹੜੇ ਆ ਉਹ ਵਿਸ਼ੇ ਦੇ ਐਕਸਪਰਟ ਬਣ ਜਾਣ, ਉਹ ਸਾਡੇ ਦੂਤ ਬਣ ਕੇ ਮੰਡੀ ਦੇ ਉੱਤੇ ਕਾਬਜ ਹੋਣ, ਭਾਵੇਂ ਉਹ ਰੂਰਲ ਕਿਸਾਨ ਬਾਜ਼ਾਰ ਹੋਵੇ, ਭਾਵੇਂ ਉਹ ਅਰਬਨ ਕਿਸਾਨ ਬਾਜ਼ਾਰ ਹੋਵੇ, ਭਾਵੇਂ ਉਹ ਔਨ ਫਾਰਮ ਮਾਰਕੀਟ ਹੋਵੇ, ਭਾਵੇਂ ਉਹ ਕਿਸਾਨ ਹੱਟ ਹੋਵੇ, ਭਾਵੇਂ ਉਹ ਡੋਰ ਟੂ ਡੋਰ ਸੈਲਿੰਗ ਹੋਵੇ, ਭਾਵੇਂ ਉਹ ਡਾਇਰੈਕਟ ਸੈਲਿੰਗ ਹੋਵੇ। ਮਤਲਬ ਗਰੁੱਪ ਦੇ ਵਿੱਚ, ਕਿਸਾਨ ਮੇਲਿਆਂ ਦੇ ਵਿੱਚ, ਫਿਰ ਤੁਹਾਡੇ ਜਿੰਨੇ ਵੀ ਕਿਤੇ ਵਰਕਸ਼ਾਪਸ ਲੱਗਦੀਆਂ, ਉੱਥੇ ਜਦੋਂ ਤੁਸੀਂ ਸੰਗਠਿਤ ਹੋ ਕੇ ਆਪਣੀਆਂ ਵਸਤੂਆਂ ਵੇਚਣ ਆਉਂਦੇ ਹੋ ਤਾਂ ਯਕੀਨ ਮੰਨਿਓ ਸਾਨੂੰ ਲੋਕ ਜਿਹੜੀ ਸ਼ਾਬਾਸ਼ ਦਿੰਦੇ ਆ, ਅਸੀਂ ਉਸ ਸ਼ਾਬਾਸ਼ ਨੂੰ ਮਾਣਦੇ ਆ। ਜਿਹੜਾ ਕੰਮ ਤੁਸੀਂ ਕਰਦੇ ਹੋ ਉਸ ਸ਼ਾਬਾਸ਼ ਨੂੰ ਅਸੀਂ ਮਾਣਦੇ ਆ ਕਿ 500 ਬੰਦਾ ਦਿੱਲੀ ਪ੍ਰਗਤੀ ਮੈਦਾਨ ਦੇ ਵਿੱਚ ਪੰਜਾਬ ਦਾ ਆਪਣੀਆਂ ਵਸਤੂਆਂ ਵੇਚਣ ਜਾਂਦਾ। ਅਸੀਂ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੰਡੀ ਨੂੰ ਇੰਨਾ ਤਰੀਕੇ ਨਾਲ ਸਮਝ ਲਓ, ਭਾਵੇਂ ਉਹ ਸੈਲਫ ਹੈਲਪ ਗਰੁੱਪ ਆ, ਭਾਵੇਂ ਉਹ FPOs ਆ, ਭਾਵੇਂ ਉਹ ਇਕੱਲੇ ਕਹਿ ਰਹੇ ਜ਼ਿਮੀਦਾਰ ਆ, ਭਾਵੇਂ ਉਹ ਸਿੱਧੀ ਜਿਣਸ ਵੇਚਣ ਵਾਲੇ ਆ, ਭਾਵੇਂ ਉਹ ਜਿਣਸ ਤੋਂ ਉਤਪਾਦ ਤਿਆਰ ਕਰਕੇ ਵੇਚਣ ਵਾਲੇ ਜ਼ਿਮੀਦਾਰ ਆ, ਜਾਂ ਉਦਮੀ ਆ, ਜਾਂ ਐਗਰੀਪ੍ਰਨਿਓਰ ਆ ਜਿਨ੍ਹਾਂ ਨੂੰ ਅਸੀਂ ਨਵਾਂ ਲਾਭ ਦਿੱਤਾ, ਖੇਤੀ ਵਪਾਰੀ, ਐਗਰੀਪ੍ਰਨਿਓਰ ਜਾਂ ਐਂਟਰਪ੍ਰਨਿਓਰ ਆ। ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਕਿ ਜਦੋਂ ਉਹ ਸਾਡੇ ਬਿਹਾਫ ਤੇ ਅੱਪੜਦੇ ਆ, ਉੱਥੇ ਪਹੁੰਚਦੇ ਆ, ਪਹੁੰਚ ਕਰਕੇ ਉੱਥੇ ਜਦੋਂ ਖਪਤਕਾਰਾਂ ਨਾਲ ਮਿਲਦੇ ਆ, ਜਦੋਂ ਖਪਤਕਾਰਾਂ ਦੀ ਫੀਡਬੈਕ ਸਾਨੂੰ ਆਉਂਦੀ ਆ ਤਾਂ ਸਾਡਾ ਜਿਹੜਾ ਹੌਸਲਾ ਬੁਲੰਦ ਹੁੰਦਾ। ਅਸੀਂ ਟੀਮ ਸਾਡੀ ਹੋਰ ਸਟਰੋਂਗ ਹੁੰਦੀ ਆ, ਅਸੀਂ ਹੋਰ ਤਕੜੇ ਹੋ ਕੇ ਕੰਮ ਕਰਦੇ ਆ, ਅਸੀਂ ਉਤਸ਼ਾਹਿਤ ਹੋ ਜਾਂਦੇ ਆ। ਸਬਜੈਕਟ ਐਕਸਪਰਟ ਵੀ ਸਾਰੇ ਸਬਜੈਕਟ ਐਕਸਪਰਟ ਵੀ ਜਦੋਂ ਤੁਸੀਂ ਵਧੀਆ ਕੰਮ ਕਰਦੇ ਹੋ ਸਾਡੇ ਦੱਸੇ ਹੋਏ ਰਾਹਾਂ ਤੇ, ਜਦੋਂ ਤੁਸੀਂ ਵਧੀਆ ਤਰੀਕੇ ਨਾਲ ਚੱਲਦੇ ਹੋ ਤਾਂ ਸਾਡਾ ਸਿਰ ਉੱਚਾ ਹੁੰਦਾ। ਸਾਨੂੰ ਸਾਡੀ ਸਭ ਤੋਂ ਵੱਡੀ ਸ਼ਾਬਾਸ਼ ਹੀ ਉਹ ਆ। ਅਸੀਂ ਕੋਈ ਸਰਕਾਰੀ ਸ਼ਾਬਾਸ਼ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਆ ਕਿ ਤੁਹਾਡੀ ਬੱਲੇ ਬੱਲੇ ਹੋਵੇ। ਜਦੋਂ ਤੁਹਾਡੀ ਬੱਲੇ ਬੱਲੇ ਹੁੰਦੀ ਆ ਮੰਡੀ 'ਚ ਕਿ ਜੀ ਉਹ ਫਲਾਣਾ ਪਿੰਡ ਦਾ ਫਲਾਣਾ ਜ਼ਿਮੀਂਦਾਰ ਖੜਾ ਜੀ, PAU ਟ੍ਰੇਨਡ ਆ, ਉਹਦੇ ਨਾਲ ਸਾਡਾ ਜਿਹੜਾ ਵਾ, ਸਾਡੇ ਜਿਹੜੇ ਆ ਹੌਸਲੇ ਬੁਲੰਦ ਹੁੰਦੇ ਆ, ਅਸੀਂ ਹੋਰ ਤਕੜੇ ਹੋ ਕੇ ਕੰਮ ਕਰਨ ਦੀ ਸਹੁੰ ਖਾਂਦੇ ਆ। ਸੋ ਮੰਡੀ ਦੇ ਕਾਬਜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪੰਜਵਾਂ ਸੁਨੇਹਾ ਇਹਨੂੰ ਫੜਨ ਦੀ ਕੋਸ਼ਿਸ਼ ਕਰੋ, ਬਿਲਕੁਲ ਨਾ ਘਬਰਾਓ। ਜੇ ਰੂਲ ਦੇ ਤਹਿਤ ਮੰਡੀ ਬੋਰਡ ਬਹੁਤ ਵਧੀਆ ਸਾਡਾ ਸਾਥ ਦਿੰਦਾ, ਮੰਡੀ ਬੋਰਡ ਜਿੱਦਾਂ ਕਹਿੰਦਾ ਅਸੀਂ ਉੱਦਾਂ ਰੂਲ ਦੇ ਤਹਿਤ ਮੰਡੀਆਂ ਦੇ ਕਾਬਜ ਹੋ ਰਹੇ ਆ। ਔਨ ਫਾਰਮ ਮਾਰਕੀਟ ਦਾ ਕੰਸੈਪਟ ਬਹੁਤ ਵਧੀਆ, ਜਿਹੜਾ ਰੂਰਲ ਕਿਸਾਨ ਬਾਜ਼ਾਰ ਹੈ, ਕਿਉਂਕਿ ਮੈਂ ਆਮ ਕਰਕੇ ਹਰੇਕ ਸਟੇਜ ਤੋਂ ਇਹ ਗੱਲ ਕਹਿਣਾ ਹੁੰਦਾ ਤੇ ਇੱਥੇ ਵੀ ਕਹਿਣਾ ਚਾਹੂੰਗਾ ਕਿ ਰੂਰਲ ਕਿਸਾਨ ਬਾਜ਼ਾਰ ਨੂੰ ਇਗਨੋਰ ਨਾ ਕਰੋ। ਜੇ ਤੁਸੀਂ ਆਪਣੇ ਪਿੰਡ ਦੇ ਵਿੱਚ ਵੀ ਮਹੀਨੇ 'ਚ ਇੱਕ ਵਾਰੀ ਜੋ ਵੀ ਤੁਸੀਂ ਜਿਣਸੀਆ ਉਤਪਾਦ ਤਿਆਰ ਕਰਦੇ ਹੋ, ਜੇ ਸ਼ਨੀਵਾਰ ਐਤਵਾਰ 5 ਜ਼ਿਮੀਂਦਾਰ ਰਲ ਕੇ ਆਪਣੇ ਪਿੰਡ ਦੇ ਵਿੱਚ ਵੀ ਜੇ ਤੁਸੀਂ ਮੰਡੀ ਲਾ ਲਓਗੇ, ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਤੁਹਾਡਾ ਪ੍ਰੋਫਿਟ ਹੋਰ ਵੀ ਵਧੂਗਾ, ਪਲੱਸ ਤੁਹਾਡੇ ਪਿੰਡ ਦੀ ਸਿਹਤ ਦੇ ਪ੍ਰਤੀ ਤੁਹਾਡੀ ਵਫਾਦਾਰੀ ਹੋਰ ਉੱਭਰ ਕੇ ਆਊਗੀ। ਕਿਉਂਕਿ ਅੱਜ ਸਵੇਰੇ ਟੁੱਟੀ ਤੇ ਸ਼ਾਮ ਤੱਕ ਉਹ ਪਲੇਟ ਦੇ ਵਿੱਚ ਆ ਗਈ। ਇਸ ਤੋਂ ਵਧੀਆ ਲਾਹਾ ਨਹੀਂ ਹੋ ਸਕਦਾ ਖਾਣ ਪੀਣ ਦੇ ਪਦਾਰਥ ਦੇ ਵਿੱਚ ਕਿ ਅੱਜ ਸਵੇਰੇ ਟੁੱਟੀ ਸ਼ਾਮ ਨੂੰ ਤੁਹਾਡੀ ਪਲੇਟ 'ਚ ਆ ਗਈ। ਪਹਿਲਾਂ ਕੀ ਹੋ ਰਿਹਾ ਕਿ ਪਹੁੰਚਦੀ ਹੈ ਜੀ ਉਹ ਮੰਡੀ, ਫਿਰ ਸਾਡਾ ਖਪਤਕਾਰ ਜਾਂਦਾ ਉੱਥੋਂ ਪਿੰਡੋਂ ਸਕੂਟਰ ਤੇ ਜਾਂ ਕਾਰ ਤੇ ਉੱਥੋਂ ਮੰਡੀ ਚੋਂ ਤੀਜੇ ਦਿਨ ਖਰੀਦ ਕੇ ਲੈ ਕੇ ਆਉਂਦਾ। ਨਾਲੇ ਦਾ ਤੇਲ ਦਾ ਖਰਚਾ, ਲੌਜਿਸਟਿਕਸ ਤੇ ਕੋਈ ਕੰਟਰੋਲ ਨਹੀਂ। ਜੇ ਅਸੀਂ ਰੂਰਲ ਕਿਸਾਨ ਬਾਜ਼ਾਰ ਲਾਵਾਂਗੇ, ਦਾਅਵੇ ਨਾਲ ਕਹਿ ਸਕਦਾ ਆਰਗੇਨਾਈਜ਼ਡ ਹੋ ਕੇ, ਜੇ ਅਸੀਂ ਰੂਰਲ ਕਿਸਾਨ ਬਾਜ਼ਾਰ ਲਾਵਾਂਗੇ, ਘੋਲੀਆ ਕਲਾ ਪਿੰਡ ਹੈ, ਸਰਦਾਰ ਚਮਕੌਰ ਸਿੰਘ ਨੇ ਸ਼ੁਰੂਆਤ ਕੀਤੀ ਸੀ। ਮੋਗੇ ਦੇ ਵਿੱਚ ਖੋਸਾ ਵੈਜੀਟੇਬਲ ਕਲਸਟਰ ਹੈ, ਉਹਨਾਂ ਨੇ ਸ਼ੁਰੂਆਤ ਕੀਤੀ ਹੋਈ ਆ, ਤੁਸੀਂ ਜਾ ਕੇ ਦੇਖ ਸਕਦੇ ਹੋ। ਬੜੇ ਤਰੀਕੇ ਨਾਲ ਬਾਬਾ ਜੀ ਇੰਨੇ ਵਧੀਆ ਤਰੀਕੇ ਨਾਲ, ਸੰਤ ਬਾਬਾ ਗੁਰਮੀਤ ਸਿੰਘ ਜੀ ਇੰਨੇ ਵਧੀਆ ਤਰੀਕੇ ਨਾਲ ਆਲੇ ਦੁਆਲੇ ਵਾਲੇ ਪਿੰਡਾਂ ਦੇ ਵਿੱਚ ਸਬਜ਼ੀਆਂ ਤੇ ਫਲ ਤੇ ਉਹਨਾਂ ਤੋਂ ਪਦਾਰਥ ਤਿਆਰ ਕਰਕੇ ਪਿੰਡਾਂ ਦੇ ਵਿੱਚ ਵੇਚਦੇ ਆ। ਤੇ ਉਹ ਸਵੇਰੇ ਜਿਣਸ ਟੁੱਟਦੀ ਹੈ ਤਾਂ ਸ਼ਾਮ ਤੱਕ ਇਸ ਤੋਂ ਵਧੀਆ ਸੇਵਾ ਕੋਈ ਨਹੀਂ ਹੋ ਸਕਦੀ ਜੀ। ਪੈਸੇ ਦੀ ਗੱਲ ਮੈਂ ਨਹੀਂ ਕਰ ਰਿਹਾ, ਮੈਂ ਇੱਥੇ ਵਪਾਰਕ ਪੱਧਰ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਥੇ ਕਰ ਰਿਹਾ ਪੈਸਾ ਤਾਂ ਆਉਣਾ ਹੀ ਆਉਣਾ ਜੀ। ਜਦੋਂ ਅਸੀਂ ਚੰਗਾ ਕੰਮ ਕਰਾਂਗੇ ਪੈਸਾ ਤਾਂ ਆਉਣਾ ਹੀ ਆਉਣਾ, ਪੈਸੇ ਦੀ ਆਪਾਂ ਗੱਲ ਹੀ ਨਹੀਂ ਕਰਦੇ। ਪਰ ਜਦੋਂ ਅਸੀਂ ਚੰਗਾ ਭੋਜਨ ਪਰੋਸ ਦਿੰਦੇ ਆ ਜੀ, ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈ। ਉਹ ਆਪਣੇ ਬਾਬਾ ਨਾਨਕ ਜੀ ਆਪਾਂ ਨੂੰ ਸੰਦੇਸ਼ ਪਹਿਲੇ ਦੇ ਕੇ ਜਾ ਚੁੱਕੇ ਆ ਤੇ ਉਹਨਾਂ ਨੇ ਜਿਹੜਾ ਸੰਦੇਸ਼ ਦਿੱਤਾ ਸੀ ਅਸੀਂ ਉਸ ਗੱਲ ਤੇ ਪੂਰੇ ਉਤਰੇ ਆ। ਤਾਂ ਆ ਵੀ ਲੰਗਰ ਦਾ ਦੂਜਾ ਰੂਪ ਹੈ ਜੀ, ਰੂਰਲ ਕਿਸਾਨ ਬਾਜ਼ਾਰ। ਬਿਲਕੁਲ ਲਾਓ ਰੂਰਲ ਕਿਸਾਨ ਬਾਜ਼ਾਰ। ਲੰਗਰ ਦਾ ਦੂਜਾ ਰੂਪ ਹੀ ਹੈ ਕਿ ਜੇ ਤੁਸੀਂ ਜਿਹੜੀ ਜਿਣਸ ਤੁਹਾਡੇ ਖੇਤ ਦੇ ਵਿੱਚ ਹੁੰਦੀ ਹੈ, ਉਹ ਜੇ ਸ਼ਾਮ ਨੂੰ ਪਲੇਟ ਦੇ ਵਿੱਚ ਪਿੰਡਾਂ ਦੇ ਵਿੱਚ ਅੱਪੜਦੀ ਹੋ ਜੇ, ਪਹੁੰਚ ਕਰ ਜਾਵੇ, ਤਾਂ ਪਿੰਡ ਦੀ ਸਿਹਤ, ਹੈਲਥ ਬੈਨੀਫਿਟ ਜਿਹੜਾ ਉਹ ਸਭ ਤੋਂ ਜ਼ਿਆਦਾ ਉਹ ਕਮਾਇਆ ਜਾ ਸਕਦਾ। ਇਸ ਤੋਂ ਵੱਡੀ ਕੋਈ ਕਮਾਈ ਨਹੀਂ ਹੈ ਹੈਲਥ ਬੈਨੀਫਿਟ। ਕਿਉਂਕਿ ਜਦੋਂ ਸਾਡਾ ਪੇਂਡੂ ਭਾਈਚਾਰਾ ਤਕੜਾ ਹੋ ਗਿਆ ਤਾਂ ਡੈਫੀਨੇਟਲੀ ਉਹਦਾ ਇੰਪੈਕਟ ਰੂਰਲ ਭਾਈਚਾਰਾ, ਅਰਬਨ ਭਾਈਚਾਰੇ ਤੇ ਵੀ ਹੈ। ਕਿਉਂਕਿ ਸ਼ਹਿਰ ਦਾ ਤਬਕਾ ਵੀ ਜਿਹੜਾ ਉਹ ਖੁਸ਼ ਹੋ ਜਾਊਗਾ। ਤੇ ਪਲੱਸ ਅਸੀਂ ਇਹਦੇ ਵਿੱਚ ਜਿਹੜੇ ਸਾਡੇ ਨੌਜਵਾਨ ਥੋੜੇ ਜਿਹੇ ਆਮ ਕਰਕੇ ਅਸੀਂ ਚਰਚਾ ਸੁਣਦੇ ਆ, ਉਤਰਦੇ ਆ ਕਿ ਵੀ ਉਹ ਥੋੜਾ ਜਿਹਾ ਭੱਜਦੇ ਆ, ਇਸ ਕੰਮ ਦੇ ਵਿੱਚ ਉਹ ਵੀ ਮੈਂ ਇਹ ਪ੍ਰਚਲਨ, ਇਹ ਵੀ ਚੱਲਣ ਮੈਂ ਦੇਖਣ ਚ ਆਇਆ। ਇਹ ਚੀਜ਼ ਨੂੰ ਮੈਂ ਅਬਜ਼ਰਵ ਕੀਤਾ, ਸਾਡੀ ਟੀਮ ਨੇ ਅਬਜ਼ਰਵ ਕੀਤਾ ਕਿ ਮੰਡੀਕਾਰੀ ਦੇ ਖੇਤਰ ਦੇ ਵਿੱਚ ਉਹ ਨੌਜਵਾਨ ਆਪਣੇ ਆਪ ਨੂੰ ਪਾਉਣਾ ਚਾਹੁੰਦੇ ਆ, ਆਉਣਾ ਚਾਹੁੰਦੇ ਆ, ਉਸ ਖੇਤਰ ਦੇ ਵਿੱਚ ਆ ਕੇ ਚੰਗਾ ਕੰਮ ਕਰਨਾ ਚਾਹੁੰਦੇ ਆ।
ਖੇਤੀ ਤੋਂ ਹਟ ਕੇ ਉਹ ਮੰਡੀਕਰਨ 'ਚ ਆਪਣਾ ਰੋਲ ਜ਼ਿਆਦਾ ਇੰਪੋਰਟੈਂਟ ਪਲੇ ਕਰਨਾ ਚਾਹੁੰਦੇ ਆ, ਪ੍ਰੋਸੈਸਿੰਗ ਦੇ ਵਿੱਚ ਆਪਣਾ ਇੰਪੋਰਟੈਂਟ ਰੋਲ ਪਲੇ ਕਰਨਾ ਚਾਹੁੰਦੇ ਆ। ਸੋ ਜਨਰੇਸ਼ਨਸ ਇਕੱਠੀਆਂ ਮਿਲ ਕੇ ਚੇਨ ਬਣਾ ਸਕਦੀਆਂ। ਬਾਬਾ ਦਾਦਾ ਜੀ ਜਿਹੜੇ ਆ ਉਹ ਖੇਤੀ ਦੇ ਵਿੱਚ ਮਾਹਰ ਆ, ਬਜ਼ੁਰਗ ਖੇਤੀ ਦੇ ਵਿੱਚ ਮਾਹਰ ਆ, ਅਗਲੀ ਜਨਰੇਸ਼ਨ ਖੇਤੀ ਦੇ ਵਿੱਚ ਨਾਲ ਨਾਲ ਮੰਡੀਕਰਨ ਦੀ ਮਾਹਰ ਹੈ, ਤੀਜੀ ਜਨਰੇਸ਼ਨ ਇਕੱਲੀ ਮੰਡੀਕਰਨ ਦੀ ਮਾਹਰ ਆ ਗਈ। ਕੌਸ਼ਲ ਸਿੰਘ ਇਹਦੀ ਉਦਾਹਰਨ ਹੈ, ਬਹੁਤ ਵਧੀਆ ਕੇਸ ਸਟੱਡੀ ਆ ਕੌਸ਼ਲ ਸਿੰਘ ਜੀ ਦੀ, ਕਿ ਉਸ ਇਨਸਾਨ ਨੇ ਆਪਣੀ ਤੀਜੀ ਜਨਰੇਸ਼ਨ ਦੇ ਆਪਣੇ ਬਾਬੇ ਦਾਦੇ ਦੀ ਜਨਰੇਸ਼ਨ ਦਾ ਕੰਮ ਗਾਂਹ ਤੋਰਦੇ ਹੋਇਆ ਦੁਨੀਆ ਦੀ ਮੰਡੀ ਦੇ ਵਿੱਚ ਆਪਣੀਆਂ ਵਸਤੂਆਂ ਨੂੰ ਉਹਨਾਂ ਨੇ ਪੇਸ਼ਕਾਰੀ ਕੀਤੀ ਹੈ। ਸੋ ਜੇ ਕੁੱਲ ਮਿਲਾ ਕੇ ਮੰਡੀਕਾਰੀ ਦੇ ਖੇਤਰ ਦੇ ਵਿੱਚ ਅਸੀਂ ਕਾਬਜ ਹੋ ਜਾਾਂਗੇ, ਆ ਜਿਹੜੇ ਮੈਂ ਤੁਹਾਨੂੰ ਟੂਲਸ ਦੱਸੇ ਆ, ਤਾਂ ਅਸੀਂ ਬੜੇ ਸੁਖਾਵੇਂ ਹੋ ਜਾਾਂਗੇ, ਇੰਨੇ ਸੁਖਾਵੇਂ ਹੋ ਜਾਾਂਗੇ ਕਿ ਅਸੀਂ ਕੁੱਲ ਮਿਲਾ ਕੇ ਸਾਡੇ ਸੂਬੇ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ 5 ਸੁਨੇਹੇ ਜੇ ਅਸੀਂ ਅਪਣਾ ਲਈਏ, ਜਾਂ ਇਸ 5 ਸੁਨੇਹਾਂ ਦਾ ਅਸੀਂ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ, ਸਾਰੇ ਜੋ ਸਾਡੇ ਲਿਸਨਰ ਆ ਇਸ ਗਰੁੱਪ ਦੇ ਜਿਹੜੇ ਸੁਣ ਰਹੇ ਆ, ਤਾਂ ਮੈਨੂੰ ਲੱਗਦਾ ਕਿ ਵੀ ਉਹ ਦਿਨ ਦੂਰ ਨਹੀਂ ਹੈ ਕਿ ਸਾਨੂੰ ਪੰਜਾਬ ਜਿਹੜਾ ਵਾ ਉਹ ਜੇ ਫੂਡ ਬਾਊਲ ਦੇ ਨਾਮ ਤੇ ਮਸ਼ਹੂਰ ਸੀ ਤਾਂ ਉਹ ਫੂਡ ਪ੍ਰੋਵਾਈਡਰ ਦੇ ਨਾਮ ਤੇ ਵੀ ਮਸ਼ਹੂਰ ਹੋ ਜਾਊਗਾ, ਕਿ ਤਰ੍ਹਾਂ ਤਰ੍ਹਾਂ ਦਾ ਫੂਡ ਪਰੋਸਿਆ ਜਾਂਦਾ ਪੰਜਾਬ ਦੇ ਵਿੱਚੋਂ, ਤਰ੍ਹਾਂ ਤਰ੍ਹਾਂ ਦੇ ਬ੍ਰਾਂਡ ਆ ਪੰਜਾਬ ਦੇ ਵਿੱਚ। ਇਹੀ ਸਾਡਾ ਸੁਪਨਾ, ਇਸ ਸੁਪਨੇ ਦੇ ਉੱਤੇ ਹੀ ਅਸੀਂ ਕੰਮ ਜਿਹੜੀ ਆਪਣੀ ਜ਼ਿੰਦਗੀ ਜਿਉ ਰਹੇ ਹਾਂ। ਤੇ ਲਾਸਟ ਤੇ ਆਖਰੀ ਸੁਨੇਹਾ ਇਹ ਹੈ ਕਿ ਅਸੀਂ ਪਹੁੰਚਣਾ ਕਿੱਦਾਂ ਤੁਹਾਡੇ ਤੱਕ,